ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦੋ ਰਾਮਦਾਸ ਅਰਜਨ ਗੁਰੂ ਭਰ ਸ੍ਰੀ ਹਰਿ ਗੋਬਿੰਦੋ ਹਰ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਰ ਬੰਦੋਂ ਕਰ ਅਨੁਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਰ ਬੰਦੋਂ ਕਰ ਅਨੁਰਾਗ। ਪ੍ਰਥਮ ਮਾਰਜਨ ਹੋਮ ਬਿਦ ਲਿਖ ਕਰ ਸਭ ਸਮਝਾਏ ਮਹਾ ਮਹਤਮ ਮੰਤਰ ਇਹ ਚਾਰ ਪਦਾਰਥ ਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਆ ਕੇ ਸੁਸ਼ੋਭਿਤ ਹੋਏ ਹਾਂ। ਸਤਿਗੁਰਾਂ ਨੂੰ ਸਵਾਲ ਕੀਤਾ ਸਿੱਖਾਂ ਨੇ, ਮਹਾਰਾਜ ਕਿਰਪਾ ਕਰਕੇ ਇਹ ਦੱਸੋ ਕਿ ਜੋ ਜਪਜੀ ਸਾਹਿਬ ਦੀ ਗੁਰਬਾਣੀ ਹੈ, ਇਸ ਬਾਣੀ ਦੇ ਪੜ੍ਹਨ ਦਾ ਕੀ ਫਲ ਪ੍ਰਾਪਤ ਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੀਆਂ ਨੇ ਸੁਣ ਕੇ ਬਚਨ ਜਪਜੀ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਦਿਆਂ ਮਹਾਰਾਜ ਜੀਆਂ ਨੇ ਪਹਿਲਾਂ 5 ਅੱਖਰਾਂ ਦਾ ਮੰਤਰ ਬਖਸ਼ਿਆ, ਇੱਕ ਓੰਕਾਰ ਸਤਨਾਮ। ਦੂਜਾ ਮੰਤਰ ਮਹਾਰਾਜ ਕਹਿਣ ਲੱਗੇ ਇੱਕ ਓੰਕਾਰ ਤੋਂ ਲੈ ਕੇ ਅਕਾਲ ਮੂਰਤ, ਇਹ 25 ਅੱਖਰਾਂ ਦਾ ਮੰਤਰ ਹੈ। ਇਸ ਤੋਂ ਅੱਗੇ ਤੀਜਾ ਮੰਤਰ ਮਹਾਰਾਜ ਨੇ ਆਖਿਆ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਇਹ 36 ਅੱਖਰਾ ਮੰਤਰ ਹੈ। ਇਸ ਦੇ ਨਾਲ ਨਾਲ ਮਹਾਰਾਜ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ 8 ਅੱਖਰਾਂ ਦਾ ਮੰਤਰ ਹੈ। ਇਹਨਾਂ ਮੰਤਰਾਂ ਦਾ ਫਲ ਆਪਾਂ ਪਿਛਲੇ ਕਈ ਦੀਵਾਨਾਂ ਤੋਂ ਸਰਵਣ ਕਰ ਰਹੇ ਹਾਂ। 5 ਅੱਖਰਾ ਮੰਤਰ, 8 ਅੱਖਰਾ ਮੰਤਰ, 25 ਅੱਖਰਾ ਮੰਤਰ, 36 ਅੱਖਰਾ ਮੰਤਰ ਅਤੇ ਇਸੇ ਤਰ੍ਹਾਂ 38 ਅੱਖਰਾ ਜੋ ਮੰਤਰ ਹੈ। ਇਹ ਬਚਨ ਆਪਾਂ ਇਤਿਹਾਸ ਅੰਦਰ ਸਰਵਣ ਕੀਤੇ। ਇਸ ਗੁਰਬਾਣੀ ਦੀ ਮਹਿਮਾ ਜੋ ਹੈ ਉਹ ਸਤਿਗੁਰੂ ਜੀ ਅੱਗੇ ਹੋਰ ਬਖਸ਼ਿਸ਼ ਕਰ ਰਹੇ ਨੇ। ਸਾਰੀਆਂ ਪੌੜੀਆਂ ਜਪਜੀ ਸਾਹਿਬ ਦੀਆਂ ਆਪਾਂ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਕੁੰਠਾਏ ਨਮః। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੈਕੁੰਠ ਹੈ, ਜਿਹੜਾ ਬੈਕੁੰਠ ਦੇ ਵਿੱਚ ਵਾਸ ਕਰਨ ਵਾਲਾ, ਨਿਵਾਸ ਕਰਨ ਵਾਲਾ। ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਜਿੱਥੇ ਤੇਰਾ ਕੀਰਤਨ ਹੁੰਦਾ ਹੈ, ਤੇਰੀ ਵਡਿਆਈ ਹੁੰਦੀ ਪਰਮਾਤਮਾ, ਉਹ ਬੈਕੁੰਠ ਧਾਮ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਜਿੱਥੇ ਸੰਗਤ ਵਿੱਚ ਪਰਮਾਤਮਾ ਨਿਵਾਸ ਕਰਦਾ ਉਹ ਬੈਕੁੰਠ ਧਾਮ ਹੈ।
ਐ ਬੈਕੁੰਠ ਸਤ ਸੰਗਤ ਵਿੱਚ ਨਿਵਾਸ ਕਰਨ ਵਾਲੇ ਪ੍ਰਮਾਤਮਾ ਤੈਨੂੰ ਨਮਸਕਾਰ ਹੈ। ਨਾਰਦ ਮੁਨੀ ਜੀ ਦਾ ਇੱਕ ਵਾਰੀ ਮਨ ਕੀਤਾ ਭਗਵਾਨ ਦੇ ਦਰਸ਼ਨ ਕਰੀਏ। ਕਦੇ ਕੈਲਾਸ਼ ਪਰਬਤ 'ਤੇ ਜਾਂਦਾ ਹੈ, ਕਦੇ ਬ੍ਰਹਮ ਲੋਕ ਵਿੱਚ ਚਲੇ ਜਾਂਦਾ ਹੈ, ਕਦੇ ਅਯੁੱਧਿਆ ਵਿੱਚ ਜਾਂਦਾ ਹੈ। ਬੜੀਆਂ ਥਾਵਾਂ 'ਤੇ ਗਿਆ ਪਰ ਦਰਸ਼ਨ ਨਹੀਂ ਹੋਏ। ਘੁੰਮਦਿਆਂ ਘੁਮਾਉਂਦਿਆਂ ਫਿਰ ਸੰਗਤ ਵਿੱਚ ਜਦੋਂ ਆਇਆ ਤਾਂ ਸੰਗਤ ਵਿੱਚੋਂ ਭਗਵਾਨ ਜੀਆਂ ਦੇ ਦਰਸ਼ਨ ਹੋਏ। ਨਾਰਦ ਜੀ ਕਹਿਣ ਲੱਗੇ, ਮਹਾਰਾਜ ਅਸੀਂ ਤੁਹਾਨੂੰ ਲੱਭਦਿਆਂ ਲੱਭਦਿਆਂ ਬੜੀਆਂ ਜਗ੍ਹਾ 'ਤੇ ਗਏ, ਤੁਹਾਡਾ ਕਿਤੇ ਦਰਸ਼ਨ ਨਹੀਂ ਹੋਇਆ। ਸੰਗਤ ਵਿੱਚ ਆਏ ਹਾਂ ਤਾਂ ਦਰਸ਼ਨ ਪ੍ਰਾਪਤ ਹੋਏ। ਭਗਵਾਨ ਜੀ ਕਹਿਣ ਲੱਗੇ, ਨਾਰਦ ਜੀ ਸਾਡਾ ਸੰਗਤ ਵਿੱਚ ਹਮੇਸ਼ਾ ਨਿਵਾਸ ਰਹਿੰਦਾ, ਅਸੀਂ ਰਹਿੰਦੇ ਹੀ ਸੰਗਤ ਵਿੱਚ ਹਾਂ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹ ਸੰਗਤ ਐਸੀ ਹੈ ਜਿਸ ਨੂੰ ਬੈਕੁੰਠ ਆਖਿਆ। ਤਹਿ ਬੈਕੁੰਠ ਜਹ ਕੀਰਤਨ ਤੇਰਾ, ਜਿੱਥੇ ਤੇਰੀ ਵਡਿਆਈ ਹੋਵੇ ਪ੍ਰਮਾਤਮਾ ਉਹ ਬੈਕੁੰਠ ਧਾਮ ਹੈ। ਇਸ ਬੈਕੁੰਠ ਵਿੱਚ ਵਸਣ ਵਾਲੇ ਰਹਿਣ ਵਾਲੇ ਪ੍ਰਮਾਤਮਾ ਤੈਨੂੰ ਨਮਸਕਾਰ ਹੈ। ਰਮਾਏ ਨਮః। ਅਤੇ ਇਸੇ ਤਰ੍ਹਾਂ ਅਗਲਾ ਬਚਨ ਬਖਸ਼ਿਸ਼ ਕਰ ਦੇ ਕਿ ਤੂੰ ਸਾਰਿਆਂ ਥਾਵਾਂ 'ਤੇ ਵਿਆਪਕ ਹੈ। ਕੋਈ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਤੂੰ ਨਾ ਹੋਵੇ। ਸਰਬੀ ਰੰਗੀ ਰੂਪੀ ਤੂੰ ਹੈ, ਸਾਰਿਆਂ ਰੰਗਾਂ ਵਿੱਚ ਸਾਰਿਆਂ ਰੂਪਾਂ ਵਿੱਚ ਤੂੰ ਆਪ ਬਿਰਾਜਮਾਨ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਆਪ ਹੀ ਸਾਰਿਆਂ ਰੰਗਾਂ ਵਿੱਚ ਸਮਾਇਆ ਹੋਇਆ, ਸਾਰਿਆਂ ਕਰਤੱਬਾਂ ਵਿੱਚ ਸਮਾਇਆ ਹੋਇਆ। ਇਸ ਕਰਕੇ ਸਾਰਿਆਂ ਥਾਵਾਂ 'ਤੇ ਵਿਆਪਕ ਪਰਮਾਤਮਾ ਤੈਨੂੰ ਨਮਸਕਾਰ ਹੈ। ਫਿਰ ਇਸੇ ਸ਼ਬਦ ਨੂੰ ਮਹਾਰਾਜ ਬਖਸ਼ਦੇ ਹਨ, ਰਮਾਏ ਨਮః। ਦੂਜਾ ਅਰਥ ਵਿਦਵਾਨਾਂ ਨੇ ਕੀਤਾ ਹੈ, ਰਮਾਏ ਤੋਂ ਭਾਵ ਹੈ ਗੁਰਮੁਖੋ ਜੋ ਸੁੰਦਰ ਸਰੂਪ ਹੈ। ਹੈ ਪ੍ਰਮਾਤਮਾ ਤੂੰ ਬਹੁਤ ਜ਼ਿਆਦਾ ਸੁੰਦਰ ਹੈ, ਤੇਰੇ ਵਰਗਾ ਸੁੰਦਰ ਕੋਈ ਨਹੀਂ ਹੈ, ਤੈਨੂੰ ਨਮਸਕਾਰ ਹੈ। ਇਸ ਤਰ੍ਹਾਂ ਸੁੰਦਰ ਸਰੂਪ ਵਾਲੇ ਪ੍ਰਮਾਤਮਾ ਨੂੰ ਨਮਸਕਾਰ ਹੈ। ਅਖਰ ਮਹਾਰਾਜ ਬਚਨ ਬਖਸ਼ਿਸ਼ ਕਰਦੇ ਹਨ, ਅਖਰਾਏ ਨਮః। ਅਤੇ ਇਸੇ ਤਰ੍ਹਾਂ ਉਹ ਜੋ ਪ੍ਰਮਾਤਮਾ ਹੈ ਉਹ ਨਾਸ ਤੋਂ ਰਹਿਤ ਹੈ, ਕਦੇ ਨਾਸ ਨਹੀਂ ਹੁੰਦਾ ਹੈ। ਪ੍ਰਮਾਤਮਾ ਜੋ ਨਾਸ ਹੋਣ ਤੋਂ ਰਹਿਤ ਹੈ, ਉਹਦਾ ਕਦੇ ਅੰਤ ਨਹੀਂ ਹੁੰਦਾ ਹੈ। ਅੰਤ ਤੋਂ ਬੇਅੰਤ ਹੈ ਪ੍ਰਮਾਤਮਾ, ਉਹਦਾ ਕੋਈ ਅੰਤ ਨਹੀਂ। ਇਸ ਕਰਕੇ ਉਹ ਪ੍ਰਮਾਤਮਾ ਬੇਅੰਤ ਹੈ, ਨਹੀਂ ਅੰਤ ਤੇਰਾ, ਤੈਨੂੰ ਨਮਸਕਾਰ ਹੈ। ਤੇਰਾ ਕੋਈ ਅੰਤ ਨਹੀਂ ਕਰ ਸਕਦਾ ਹੈ। ਐ ਪ੍ਰਮਾਤਮਾ ਤੂੰ ਨਾਸ ਤੋਂ ਰਹਿਤ ਹੈ, ਤੈਨੂੰ ਨਮਸਕਾਰ ਕਰਦੇ ਹਾਂ। ਕਾਲਾਏ ਨਮః। ਅਤੇ ਇਸੇ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਦੇ, ਤੂੰ ਸਾਰਿਆਂ ਸਮਿਆਂ ਦੇ ਵਿੱਚ ਸਮਾਇਆ ਹੋਇਆ, ਭਾਵੇਂ ਆਦਿ ਕਾਲ ਹੈ, ਭਾਵੇਂ ਮੱਧ ਕਾਲ ਹੈ, ਭਾਵੇਂ ਭੂਤ ਕਾਲ ਹੈ, ਸਾਰਿਆਂ ਕਾਲਾਂ ਸਮਿਆਂ ਵਿੱਚ ਤੂੰ ਸਮਾਇਆ ਹੋਇਆ। ਕੋਈ ਇਸ ਤਰ੍ਹਾਂ ਦਾ ਸਮਾਂ ਨਹੀਂ ਹੈ ਜਿੱਥੇ ਤੂੰ ਨਾ ਹੋਵੇਂ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਜਦੋਂ ਇਹ ਦੁਨੀਆ ਨਹੀਂ ਨਾ ਬਣੀ ਉਦੋਂ ਵੀ ਪ੍ਰਮਾਤਮਾ ਸੀ। ਜੁਗਾਦ ਜਦੋਂ ਇਹ ਯੁੱਗ ਬਣੇ ਨੇ ਉਦੋਂ ਵੀ ਉਹ ਪ੍ਰਮਾਤਮਾ ਹੈ। ਇਸੇ ਤਰ੍ਹਾਂ ਹੈ ਭੀ, ਹੁਣ ਵੇਲੇ ਜਿਹੜਾ ਸਮਾਂ ਚੱਲਦਾ ਪਿਆ ਹੁਣ ਵੀ ਪ੍ਰਮਾਤਮਾ ਮੌਜੂਦ ਹੈ। ਹੋਸੀ ਆਉਣ ਵਾਲਾ ਸਮਾਂ ਜਦੋਂ ਆਵੇਗਾ ਉਸ ਵੇਲੇ ਵੀ ਪ੍ਰਮਾਤਮਾ ਦੁਨੀਆ ਵਿੱਚ ਮੌਜੂਦ ਹੋਵੇਗਾ। ਇਸ ਕਰਕੇ ਉਸ ਨੂੰ ਆਖਿਆ ਹੈ ਕਾਲਿਆ ਹੈ ਨਮଃ। ਸਾਰਿਆਂ ਕਾਲਾਂ ਵਿੱਚ ਸਮਿਆਂ ਵਿੱਚ ਰਹਿਣ ਵਾਲੇ ਪ੍ਰਮਾਤਮਾ ਤੈਨੂੰ ਨਮਸਕਾਰ ਹੈ। ਗੁਰਮੁਖੋ ਇਹ ਜਪਜੀ ਸਾਹਿਬ ਗੁਰਬਾਣੀ ਦੇ ਅਰਥ ਨੇ, ਆਪਾਂ ਪੜ੍ਹਦੇ ਜ਼ਰੂਰ ਹਾਂ ਪਰ ਇਹ ਗੁਰਬਾਣੀ ਵਿੱਚੋਂ ਨਮਸਕਾਰ ਕੀਤੀ ਹੈ ਪ੍ਰਮਾਤਮਾ ਨੂੰ ਵਾਰ-ਵਾਰ। ਬਖਸ਼ਿਸ਼ ਕਰਦੇ ਹਨ, ਲਖਮੀ ਪਤਿਆਏ ਨਮః। ਲਖਮੀ ਨਾਮ ਲక్ష్ਮੀ ਦਾ ਹੈ, ਲక్ష్ਮੀ ਦਾ ਜੋ ਪਤੀ ਹੈ ਪ੍ਰਮਾਤਮਾ, ਮਾਇਆ ਦਾ ਪਤੀ, ਉਸ ਨੂੰ ਨਮਸਕਾਰ ਹੈ। ਪ੍ਰਮਾਤਮਾ ਨੂੰ ਤਾਂ ਹੀ ਮਾਧੋ ਆਖਿਆ ਜਾਂਦਾ ਹੈ। ਤੋਰੀ ਨਾ ਟੂਟੈ, ਸ਼ੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਮਾਧੋ ਤੋਂ ਭਾਵ ਹੁੰਦਾ ਹੈ ਜੋ ਮਾਇਆ ਦਾ ਪਤੀ, ਉਸ ਨੂੰ ਮਾਧੋ ਕਿਹਾ ਹੈ। ਪ੍ਰਮਾਤਮਾ ਦਾ ਨਾਮ ਹੀ ਰੱਖ ਦਿੱਤਾ ਭਗਤਾਂ ਨੇ ਮਾਧੋ। ਮਾਧੋ ਤੋਂ ਭਾਵ ਹੈ ਜੋ ਮਾਇਆ ਦਾ ਪਤੀ ਹੈ, ਜਿਸ ਨੂੰ ਲక్ష్ਮੀ ਪਤ ਵੀ ਆਖਿਆ ਜਾਂਦਾ ਹੈ। ਕਹਿਣ ਲੱਗੇ ਹੈ ਲక్ష్ਮੀ ਦੇ ਪਤੀ ਹੈ ਪਰਮੇਸ਼ਰ, ਤੈਨੂੰ ਨਮਸਕਾਰ ਹੈ। ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਹੈ
ਇਹ ਜਿੰਨੀਆਂ ਆਪਾਂ ਨਮਸਕਾਰਾਂ ਸਰਵਨ ਕਰਦੇ ਪਏ ਹਾਂ, ਇਹ ਸਾਰੀਆਂ ਨਮਸਕਾਰਾਂ ਪ੍ਰਮਾਤਮਾ ਨੂੰ ਹੋ ਰਹੀਆਂ ਹਨ। ਇਹ ਵੱਖ-ਵੱਖ ਰੂਪਾਂ ਵਿੱਚ ਉਸ ਨੂੰ ਯਾਦ ਕੀਤਾ ਜਾਂਦਾ ਹੈ। ਮੂਰਤ ਧਰਾਏ ਨਮਹਿ। ਅਤੇ ਇਸੇ ਤਰ੍ਹਾਂ ਪ੍ਰਮਾਤਮਾ ਜੋ ਤੁਹਾਡੀ ਮੂਰਤੀ ਹੈ, ਤੁਸੀਂ ਮੂਰਤ ਧਾਰੀ ਹੋ। ਸਹਿਸ ਤਵ ਨੈਨ ਨਾਨ ਨੈਨ ਹਹ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਏਕ ਤੋਹੀ ਸਹਿਸ ਪਾਦ ਬਿਮਲ ਨਾਨ ਏਕ ਪਾਦ ਗੰਧ ਬੇਨ, ਸਹਿਸ ਤਵ ਗੰਧੇਵ ਚਲਤ ਮੋਹੀ। ਚਲਤ ਮੋਹੀ। ਪ੍ਰਮਾਤਮਾ ਜਿੰਨੀਆਂ ਮੂਰਤੀਆਂ ਦੁਨੀਆ ਤੇ ਸਰੀਰ ਬਣੇ ਨੇ, ਇਹਨਾਂ ਸਾਰਿਆਂ ਸਰੀਰਾਂ ਵਿੱਚ ਤੁਸੀਂ ਆਪ ਸੁਭਾਏਮਾਨ ਹੋ ਰਹੇ ਹੋ। ਇਹ ਸਾਰਾ ਸੰਸਾਰ ਤੇਰਾ ਰੂਪ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਪ੍ਰਮਾਤਮਾ ਦੁਨੀਆ ਵਿੱਚ ਸਮਾਇਆ ਹੈ। ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ। ਰਮਾਪਤੀਏ ਨਮਹਿ। ਗੁਰਮੁਖੋ ਰਮਾ ਨਾਮ ਵੀ ਮਾਇਆ ਦਾ ਹੀ ਹੈ। ਸੋ ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਉਹ ਜੋ ਪ੍ਰਮਾਤਮਾ ਹੈ ਰਮਾਪਤੀ, ਰਮਾ ਜੋ ਲక్ష్ਮੀ ਹੈ ਉਸ ਦਾ ਜੋ ਪਤੀ ਹੈ ਉਸ ਨੂੰ ਨਮਸਕਾਰ ਹੈ। ਮੂਰਤ ਧਰਾਏ ਨਮਹਿ। ਅਤੇ ਇਸੇ ਤਰ੍ਹਾਂ ਪ੍ਰਮਾਤਮਾ ਜੋ ਹੈ ਉਹ ਮੂਰਤ ਧਾਰੀ ਹੈ, ਸਾਰਿਆਂ ਸਰੀਰਾਂ ਰੂਪਾਂ ਵਿੱਚ ਹੈ, ਨਮਸਕਾਰ ਹੈ। ਤਰਲੋਕੇਸ਼ਾਏ ਨਮਹਿ। ਤਿੰਨਾਂ ਲੋਕਾਂ ਦੇ ਵਿੱਚ ਰਹਿਣ ਵਾਲਾ ਜੋ ਪ੍ਰਮਾਤਮਾ ਹੈ, ਇੱਕ ਹੈ ਮਾਤ ਲੋਕ, ਦੂਜਾ ਹੈ ਪਤਾਲ ਲੋਕ, ਤੀਜਾ ਹੈ ਸਵਰਗ ਲੋਕ। ਇਹ ਤਿੰਨ ਲੋਕਾਂ ਦਾ ਗ੍ਰੰਥਾਂ ਵਿੱਚ ਕਥਨ ਕੀਤਾ ਹੈ। ਕਹਿਣ ਲੱਗੇ ਤਿੰਨਾਂ ਲੋਕਾਂ ਵਿੱਚ ਹੀ ਤੂੰ ਸਮਾਇਆ ਹੋਇਆ ਹੈ। ਸਾਰਿਆਂ ਥਾਵਾਂ 'ਤੇ ਤੇਰੀ ਜੋਤ ਜਿਹੜੀ ਹੈ ਉਹ ਬਿਰਾਜਮਾਨ ਹੋ ਰਹੀ ਹੈ। ਜਦੋਂ ਬਲ ਰਾਜੇ ਨੂੰ ਆਖਿਆ ਸੀ ਸਾਨੂੰ 2.5 ਕਰਮਾ ਧਰਤੀ ਦੇ, ਉਸ ਵੇਲੇ ਜਦੋਂ ਉਸਨੇ ਆਖਿਆ ਕਿ ਠੀਕ ਲੈ ਲਵੋ ਸਾਰੀ ਧਰਤੀ ਤੁਸੀਂ, ਮੈਂ ਦਿੰਦਾ ਹਾਂ। 2 ਕਰਮਾਂ ਦੇ ਵਿੱਚ ਉਸ ਵੇਲੇ ਭਗਵਾਨ ਨੇ ਤਿੰਨੇ ਲੋਕ ਨਾਪ ਦਿੱਤੇ ਸਨ। ਆਖਿਆ ਤਿੰਨਾਂ ਲੋਕਾਂ ਨੂੰ ਤੇ ਸਾਡੀਆਂ 2 ਕਰਮਾਂ ਦੇ ਵਿੱਚ ਹੀ ਸਮੇਟ ਲਿਆ ਹੈ। ਤੀਜੀ ਕਰਮ ਹੁਣ ਕਿੱਥੋਂ ਦੇਵੇਂਗਾ, ਬਚਨ ਕੀਤਾ ਪੂਰਾ ਕਰ। ਉਸ ਵੇਲੇ ਬਲ ਰਾਜੇ ਨੇ ਆਖਿਆ ਕੋਈ ਗੱਲ ਨਹੀਂ, ਜੇ ਤੁਸੀਂ ਭਗਵਾਨ ਹੋ, ਇੰਨੀ ਤਾਕਤ ਰੱਖਦੇ ਹੋ ਵੀ 2 ਕਦਮਾਂ ਦੇ ਵਿੱਚ 2 ਕਰਮਾਂ ਵਿੱਚ ਸਾਰੀ ਧਰਤੀ ਮਿਣ ਸਕਦੇ ਹੋ, ਤਿੰਨੇ ਲੋਕ ਮਿਣ ਸਕਦੇ ਹੋ, ਤੇ ਮੈਂ ਵੀ ਤੁਹਾਡਾ ਭਗਤ ਹਾਂ। ਇੰਨੀ ਕੁ ਤਾਕਤ ਤੇ ਮੇਰੇ ਵਿੱਚ ਵੀ ਹੈ ਵੀ ਅੱਧੀ ਕਰਮ ਤੇ ਪੂਰੀ ਮੈਂ ਵੀ ਕਰ ਸਕਦਾ ਹਾਂ। ਉਸ ਵੇਲੇ ਬਲ ਰਾਜੇ ਨੇ ਸਰੀਰ ਹੀ ਆਪਣਾ ਇੰਨਾ ਵੱਡਾ ਕਰ ਲਿਆ। ਆਖਿਆ ਲਓ ਭਗਵਾਨ ਜੀ, ਅੱਧੀ ਕਰਮ ਤੇ ਮੈਂ ਆਪਣਾ ਸਰੀਰ ਪੂਰਾ ਕਰ ਦਿੰਦਾ। ਐਡਾ ਵੱਡਾ ਸਰੀਰ ਬਣਾਇਆ। ਫਿਰ ਆਪਣੇ ਚਰਨ ਰੱਖ ਕੇ ਉਸ ਬਲ ਰਾਜੇ ਦੇ ਉੱਪਰ ਉਸ ਨੂੰ ਪਤਾਲ ਦੇ ਵਿੱਚ ਪਹੁੰਚਾ ਦਿੱਤਾ। ਸੋ ਇਹ ਸਾਖੀਆਂ ਆਉਂਦੀਆਂ ਇਤਿਹਾਸ ਦੇ ਵਿੱਚ ਕਿ ਉਹ ਪ੍ਰਮਾਤਮਾ ਤਿੰਨਾਂ ਲੋਕਾਂ ਦਾ ਸੁਆਮੀ ਹੈ। ਜਦੋਂ ਧਰਤੀ ਨਾਪਣ 'ਤੇ ਆਉਂਦਾ ਤਿੰਨਾਂ ਲੋਕਾਂ 'ਤੇ ਕਬਜ਼ਾ ਰੱਖ ਲੈਂਦਾ ਹੈ। ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ। ਅਖਿਆਏ ਨਮਹਿ। ਅਤੇ ਇਸੇ ਤਰ੍ਹਾਂ ਉਹ ਖੈ ਹੋਣ ਤੋਂ ਰਹਿਤ ਹੈ। ਸੋ ਨਾਸ ਨਹੀਂ ਕਦੇ ਹੁੰਦਾ ਹੈ, ਉਹਦਾ ਕਦੇ ਖੈ ਨਹੀਂ ਹੁੰਦਾ, ਕਦੇ ਕਾਲ ਨਹੀਂ ਹੁੰਦਾ ਹੈ। ਜਗਦੀਸ਼ਾਏ ਨਮਹਿ। ਉਹ ਪ੍ਰਮਾਤਮਾ ਜਗਤ ਈਸ਼ਵਰ ਹੈ, ਜਗਤ ਦਾ ਈਸ਼ਵਰ ਕਹੀਏ ਮਾਲਕ ਹੈ। ਸਾਰੇ ਜਗਤ ਵਿੱਚ ਸਮਾਇਆ ਹੋਇਆ ਜੋ ਈਸ਼ਵਰ ਹੈ ਨਾ ਪ੍ਰਮਾਤਮਾ, ਇਹ ਪ੍ਰਮਾਤਮਾ ਤੈਨੂੰ ਨਮਸਕਾਰ ਹੈ। ਨਿਰਾਕਾਰਾਏ ਨਮਹਿ। ਉਹ ਪ੍ਰਮਾਤਮਾ ਨਿਰਾਕਾਰ ਹੈ, ਉਹਦਾ ਆਕਾਰ ਕੋਈ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਪ੍ਰਮਾਤਮਾ ਦਾ ਇੰਨਾ ਲੰਮਾ ਕੱਦ ਹੈ, ਉਹ ਇੰਨਾ ਮੋਟਾ, ਇੰਨਾ ਪਤਲਾ ਹੈ। ਨਹੀਂ, ਉਹਦਾ ਆਕਾਰ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਕਿਸੇ ਨੇ ਸਵਾਲ ਕੀਤਾ, ਸਾਧੂ ਨੇ, ਮਹਾਰਾਜ ਤੁਹਾਨੂੰ ਨਾਨਕ ਨਿਰੰਕਾਰ ਆਖਿਆ ਜਾਂਦਾ ਹੈ ਅਤੇ ਨਿਰੰਕਾਰ ਦਾ ਤਾਂ ਕੋਈ ਸਰੂਪ ਹੀ ਨਹੀਂ ਹੁੰਦਾ, ਤੁਸੀਂ ਤਾਂ ਸਰੂਪ ਲੈ ਕੇ ਦੁਨੀਆ 'ਤੇ ਆਏ ਹੋ। ਜਦੋਂ ਇਹ ਸਵਾਲ ਕੀਤਾ ਨਾ ਕਿਸੇ ਨੇ, ਸਤਿਗੁਰੂ ਹੋਰ ਬਚਨਾਂ ਵਿੱਚ ਉਸ ਵੇਲੇ ਧਿਆਨ ਲੈ ਗਏ। ਜਦੋਂ ਮਹਾਰਾਜ ਜੀਆਂ ਨੇ ਵੇਖਿਆ ਵੀ ਹੁਣ ਸਾਰਿਆਂ ਨੂੰ ਚੇਤਾ ਭੁੱਲ ਗਿਆ, ਸਤਿਗੁਰੂ ਉੱਠ ਕੇ ਚੱਲਣ ਲੱਗੇ। ਇੱਕ ਹੱਥ ਵਿੱਚ ਮਹਾਰਾਜ ਨੇ ਕਿਤਾਬ ਫੜੀ ਹੋਈ ਹੈ ਅਤੇ ਇੱਕ ਹੱਥ ਵਿੱਚ ਗੜਵਾ ਫੜਿਆ ਹੋਇਆ। ਅਤੇ ਸੁਭਾਵਿਕ ਹੀ ਉਹ ਜਿਹਨੇ ਸਵਾਲ ਕੀਤਾ ਸੀ ਨਾ ਵੀ ਤੁਸੀਂ ਨਾਨਕ ਨਿਰੰਕਾਰ ਆਪਣੇ ਆਪ ਨੂੰ ਕਹਾਉਂਦੇ ਹੋ ਅਤੇ ਤੁਹਾਡਾ ਫਿਰ ਨਾਨਕ ਨਿਰੰਕਾਰ ਨਾਮ ਕਿਵੇਂ ਹੈ, ਕਿਉਂਕਿ ਨਿਰੰਕਾਰ ਦਾ ਤਾਂ ਆਕਾਰ ਹੀ ਕੋਈ ਨਹੀਂ ਹੁੰਦਾ ਹੈ। ਸਤਿਗੁਰੂ ਉਸ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਕਹਿਣ ਲੱਗੇ, ਭਾਈ ਸਾਡੇ ਲੱਕ ਦਾ ਕਮਰ ਕੱਸਾ ਰਹਿ ਗਿਆ ਹੈ। ਉਸੇ ਵਿਅਕਤੀ ਨੂੰ ਆਖਿਆ ਜਿਹਨੇ ਸਵਾਲ ਕੀਤਾ ਸੀ, ਕਹਿਣ ਲੱਗੇ ਸਾਡੇ ਲੱਕ ਨੂੰ ਕਮਰ ਕੱਸਾ ਕਰ ਦੇ। ਜਦੋਂ ਕਮਰ ਕੱਸਾ ਲਿਆ ਕੇ ਮਹਾਰਾਜ ਦੇ ਲੱਕ ਨੂੰ ਕਰਨ ਲੱਗਾ, ਹੱਥ ਲਾਉਂਦਾ ਹੈ, ਮਹਾਰਾਜ ਦਾ ਲੱਕ ਜਿਹੜਾ ਹੈ ਨਾ ਹੱਥ ਵਿੱਚ ਨਹੀਂ ਆਉਂਦਾ ਹੈ। ਸੋ ਇੱਧਰ ਉੱਧਰ 4 ਚੁਫੇਰੇ ਹੱਥ ਮਾਰਦਾ, ਕੁਝ ਵੀ ਨਹੀਂ ਦਿਖਾਈ ਦਿੰਦਾ ਹੈ। ਹੈਰਾਨ ਹੋ ਗਿਆ ਮਹਾਰਾਜ, ਇਹ ਕੀ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਸਵਾਲ ਦਾ ਜਵਾਬ ਹੈ। ਤੂੰ ਆਖਿਆ ਨਾ ਵੀ ਅਸੀਂ ਨਾਨਕ ਨਿਰੰਕਾਰ ਹਾਂ ਅਤੇ ਨਿਰੰਕਾਰ ਦਾ ਆਕਾਰ ਕੋਈ ਨਹੀਂ ਹੁੰਦਾ ਹੈ, ਉਹ ਤੈਨੂੰ ਅਸੀਂ ਸਰੂਪ ਦਿਖਾਇਆ ਹੈ। ਜਾਂ ਵੇਖ ਲਾ ਸਾਡਾ ਆਕਾਰ ਜੇ ਤੇਰੇ ਹੱਥ ਵਿੱਚ ਆਉਂਦਾ ਹੈ।
ਬੜੇ ਯਤਨ ਕੀਤੇ ਪਰ ਮਹਾਰਾਜ ਦਾ ਆਕਾਰ ਉਹਦੇ ਹੱਥ ਵਿੱਚ ਹੀ ਨਹੀਂ ਆਇਆ। ਪੁੱਛਿਆ ਮਹਾਰਾਜ ਇਹ ਕੀ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਸਰਗੁਣ ਵੀ ਹਾਂ ਅਤੇ ਨਿਰਗੁਣ ਵੀ ਹਾਂ। ਜੇ ਕੋਈ ਸਾਨੂੰ ਵੇਖਣਾ ਚਾਹੁੰਦਾ ਤਾਂ ਉਹਨੂੰ ਅਸੀਂ ਵਿਖਾ ਦਿੰਦੇ, ਆਪਣਾ ਮੂਰਤ ਆਪਣੀ ਇਹ ਮੂਰਤੀ ਵਿਖਾਉਂਦੇ ਹਾਂ, ਸਰੀਰ ਦੇ ਦਰਸ਼ਨ ਦਿੰਦੇ। ਜੇ ਕੋਈ ਸਾਨੂੰ ਨਿਰੰਕਾਰ ਸਮਝਦਾ ਤਾਂ ਅਸੀਂ ਉਸ ਤਰ੍ਹਾਂ ਦੇ ਉਸ ਨੂੰ ਦਰਸ਼ਨ ਬਖਸ਼ਿਸ਼ ਕਰਦੇ। ਜਿਵੇਂ ਭਾਈ ਦਇਆ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਨੂੰ ਜਾਣ ਲੱਗੇ, ਅੱਗੇ ਹੋ ਕੇ ਨਮਸਕਾਰ ਕੀਤੀ ਮਹਾਰਾਜ ਦੇ ਚਰਨ ਫੜ ਕੇ। ਜਦੋਂ ਚਰਨਾਂ ਨੂੰ ਜਾ ਕੇ ਹੱਥ ਪਾਇਆ, ਮਹਾਰਾਜ ਦੇ ਚਰਨ ਦਿਸਦੇ ਜ਼ਰੂਰ ਪਏ ਪਰ ਹੱਥ ਵਿੱਚ ਨਹੀਂ ਆਉਂਦੇ ਪਏ। ਹੈਰਾਨ ਹੋ ਕੇ ਪੁੱਛਿਆ ਮਹਾਰਾਜ ਇਹ ਕੀ ਲੀਲਾ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਲੀਲਾ ਇਸ ਤਰ੍ਹਾਂ ਦੀ ਹੈ, ਉਸ ਅਕਾਲ ਪੁਰਖ ਨੇ ਸਾਨੂੰ ਆਪਣਾ ਸਰੂਪ ਦੇ ਕੇ ਦੁਨੀਆ 'ਤੇ ਭੇਜਿਆ। ਇਹ ਤਾਂ ਸਰੀਰ ਕੇਵਲ ਤੁਹਾਡੇ ਦਰਸ਼ਨਾਂ ਵਾਸਤੇ ਅਸੀਂ ਤੁਹਾਨੂੰ ਵਿਖਾਇਆ ਹੈ। ਅਸਲ ਵਿੱਚ ਭਾਈ ਦਇਆ ਸਿੰਘ ਸਾਡਾ ਆਕਾਰ ਹੈ ਹੀ ਕੋਈ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਨਿਰਾਕਾਰ ਨਮଃ, ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ, ਉਸ ਨੂੰ ਤੇ ਨਮਸਕਾਰ ਹੈ। ਪਰ ਇਹ ਨਮਸਕਾਰ ਕਿਵੇਂ ਹੈ? ਜਦੋਂ ਸਿੱਖ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ ਨਾ, ਇਹ ਜਿੰਨੇ ਆਪਾਂ ਬਚਨ ਸੁਣਦੇ ਪਏ ਇਹ ਸਾਰੀਆਂ ਨਮਸਕਾਰਾਂ ਹੋ ਰਹੀਆਂ ਪਰਮਾਤਮਾ ਨੂੰ। ਇਹ ਸਾਰੀ ਜਪਜੀ ਸਾਹਿਬ ਦੀ ਗੁਰਬਾਣੀ ਦੀ ਬਖਸ਼ਿਸ਼ ਹੈ। ਸਦਮੇ ਸਾਏ ਨਮః। ਅਤੇ ਇਸੇ ਤਰ੍ਹਾਂ ਉਹ ਪਰਮਾਤਮਾ ਨਿਤ ਈਸ਼ਵਰ ਹੈ, ਸਦਾ ਰਹਿਣ ਵਾਲਾ, ਤੇ ਉਸ ਨੂੰ ਨਮਸਕਾਰ ਹੈ। ਇਕਾਰ ਵਾਗ ਵਾਇਨੇ ਨਮః। ਅਤੇ ਇਸੇ ਤਰ੍ਹਾਂ ਉਹ ਜੋ ਪਰਮਾਤਮਾ ਹੈ, ਕਹਿਣ ਲੱਗੇ ਇਕਾਰ ਵਾਰ ਵਾਇਨੇ ਨਮః, ਉਹ ਪਰਮਾਤਮਾ ਇੱਕ ਵਾਰੀ ਜਿਹੜਾ ਹੈ ਉਚਾਰਨ ਕਰਨ ਵਾਸਤੇ ਦੁਨੀਆ ਬਣਾਉਣ ਵਾਲਾ, ਇੱਕ ਵਾਰੀ ਬਚਨ ਕਰਦਾ ਪੂਰੀ ਦੁਨੀਆ ਬਣਾ ਦਿੰਦਾ, ਉਸ ਨੂੰ ਨਮਸਕਾਰ ਹੈ। ਗੁਰੂ ਨਾਨਕ ਸਾਹਿਬ ਨੇ ਬਚਨ ਵੀ ਲਿਖਿਆ, ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਵੀ ਹਾਂ। ਮਹਾਰਾਜ ਦਾ ਬਚਨ ਆ ਗਿਆ ਏਕੋ ਅਕਵਾਓ, ਸੋ ਏਕੋ ਅਕਵਾਓ ਤਿਸਤੇ ਹੋਏ ਲੱਖ ਦਰਿਆਓ, ਕੀਤਾ ਪਸਾਓ ਏਕੋ ਅਕਵਾਓ ਤਿਸਤੇ ਹੋਏ ਲੱਖ ਦਰਿਆਓ। ਪਰਮਾਤਮਾ ਨੇ ਦੁਨੀਆ ਬਣਾਉਣ ਲੱਗਿਆ ਕੋਈ ਸਮਾਂ ਨਹੀਂ ਲਾਇਆ, ਕੋਈ ਬਹੁਤਾ ਉਸਨੇ ਕਵਿਤਾ ਨਹੀਂ ਗਾਈ ਹੈ, ਕੋਈ ਲੈਕਚਰ ਨਹੀਂ ਦਿੱਤਾ ਹੈ, ਕੇਵਲ ਇੱਕੋ ਹੀ ਸ਼ਬਦ ਆਖਿਆ, ਇੱਕੋ ਹੀ ਸ਼ਬਦ ਮੂੰਹ ਤੋਂ ਆਖਿਆ। ਉਹ ਇੱਕ ਸ਼ਬਦ ਕੀ ਹੈ? ਓਅੰਕਾਰ। ਓਅੰਕਾਰ ਆਖਿਆ, ਸਾਰੀ ਸ੍ਰਿਸ਼ਟੀ ਬਣ ਗਈ ਉਸੇ ਵੇਲੇ। ਮਹਾਰਾਜ ਕਹਿਣ ਲੱਗੇ ਇਕਾਰ ਵਾਰ ਵਾਇਨੇ ਨਮঃ, ਐ ਪਰਮਾਤਮਾ ਇੱਕ ਵਾਕ ਦੇ ਉਚਾਰਨ ਕਰਨ ਵਾਲੇ ਤੇ ਸਾਰੀ ਦੁਨੀਆ ਨੂੰ ਬਣਾਉਣ ਵਾਲੇ ਇੱਕੋ ਬਚਨ ਦੇ ਨਾਲ ਤੈਨੂੰ ਨਮਸਕਾਰ ਹੈ, ਤੈਨੂੰ ਨਮਸਕਾਰ ਹੈ। ਇਹ ਜਪਜੀ ਸਾਹਿਬ ਦੀ ਗੁਰਬਾਣੀ ਬਖਸ਼ਿਸ਼ ਕਰਦੀ ਹੈ। ਭੰਜਨਾਏ ਨਮః। ਅਤੇ ਇਸੇ ਤਰ੍ਹਾਂ ਉਹ ਪਰਮਾਤਮਾ ਨਾਸ਼ ਕਰਤਾ ਹੈ। ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮ ਮਾਰਾ। ਜਿਹੜਾ ਭਗਤਾਂ ਨੂੰ, ਸੰਤਾਂ ਨੂੰ, ਮਹਾਤਮਾ ਨੂੰ, ਗੁਰਮੁਖਾਂ ਨੂੰ ਦੁੱਖ ਦਿੰਦਾ ਹੈ, ਉਹਨਾਂ ਦੋਸ਼ੀਆਂ ਨੂੰ ਉਹ ਪਰਮਾਤਮਾ ਨਾਸ਼ ਕਰਨ ਵਾਲਾ ਹੈ, ਉਹਨਾਂ ਨੂੰ ਦੰਡ ਦੇਣ ਵਾਲਾ, ਸਜ਼ਾ ਦੇਣ ਵਾਲਾ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਓਕਾਰਾਏ ਨਮః। ਅਤੇ ਇਸੇ ਤਰ੍ਹਾਂ ਅੱਗੇ ਬਚਨ ਬਖਸ਼ਿਸ਼ ਕਰਦੇ, ਉਹ ਪਰਮਾਤਮਾ ਇੱਕ ਓੰਕਾਰ ਹੈ, ਉਸ ਇੱਕ ਓੰਕਾਰ ਪਰਮਾਤਮਾ ਨੂੰ ਨਮਸਕਾਰ ਹੈ। ਸਵਾਹਾ ਪ੍ਰਾਣ ਹੁਤੋ ਜਪਾਏ ਤੋ। ਸੋ ਕਹਿਣ ਲੱਗੇ ਗੁਰਮੁਖੋ ਜਿਹੜੇ ਬ੍ਰਾਹਮਣ ਨੇ ਨਾ, ਜਦੋਂ ਪ੍ਰਸ਼ਾਦਾ ਛਕਦੇ ਨਾ, ਰੋਟੀ ਖਾਂਦੇ ਬ੍ਰਾਹਮਣ ਲੋਕ, ਉਹ ਪ੍ਰਸ਼ਾਦਾ ਛਕਣ ਤੋਂ ਪਹਿਲਾਂ 5 ਮੰਤਰ ਜਪਦੇ ਨੇ ਅਤੇ ਉਹ ਮੰਤਰ ਜਪ ਕੇ ਫਿਰ ਭਗਵਾਨ ਨੂੰ ਨਮਸਕਾਰ ਕਰਕੇ ਫਿਰ ਉਹ ਪ੍ਰਸ਼ਾਦੇ ਦੀ ਗਰਾਹੀ ਆਪਣੇ ਮੂੰਹ ਦੇ ਵਿੱਚ ਪਾਉਂਦੇ। ਸੋ ਕਹਿਣ ਲੱਗੇ ਹੈ ਪਰਮਾਤਮਾ ਜਿਨ੍ਹਾਂ ਲੋਕਾਂ ਨੇ ਤੈਨੂੰ 5 ਵਾਰੀ ਜਪਿਆ ਹੈ, ਸੋ ਤੈਨੂੰ ਨਮਸਕਾਰ ਹੈ, ਤੈਨੂੰ ਨਮਸਕਾਰ ਹੈ। ਖਾਣਾ ਖਾਣ ਤੋਂ ਪਹਿਲਾਂ ਪ੍ਰਾਣਾਯਾਨ ਇਹ ਨਮః, ਅਪਾਨਿਆ ਸਾਹਾ ਨਮঃ, ਵਿਆਨਿਆ ਸਾਹਾ ਨਮঃ, ਇਸ ਤਰ੍ਹਾਂ ਉਹ ਪਰਮਾਤਮਾ ਦੇ ਮੰਤਰਾਂ ਨੂੰ ਉਚਾਰਦੇ। ਸੋ ਕਹਿਣ ਲੱਗੇ ਤੈਨੂੰ ਨਮਸਕਾਰ ਹੈ। ਸਿੱਖ ਸੁਖਾਏ ਨਮః। ਅਤੇ ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਸਿੱਖਾਂ ਨੂੰ ਸੁਖ ਦੇਣ ਵਾਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਬੰਦਨਾ, ਹਰ ਬੰਦਨਾ ਗੁਣ ਗਾਵੋ। ਗੋਪਾਲ ਰਾਏ ਨਮਸਕਾਰ, ਤਿਸਹੀ ਕੋ ਹਮਾਰੀ ਸਗਲ ਪ੍ਰਜਾ, ਜਿਨੇ ਆਪ ਸਵਾਰੀ। ਇਹ ਵੱਖ-ਵੱਖ ਬਾਣੀ ਦੀਆਂ ਉਦਾਹਰਨਾਂ ਹਨ ਇਹ ਸਮਝਾਉਣ ਵਾਸਤੇ ਕਿ ਪਰਮਾਤਮਾ ਨੂੰ ਥਾਵਾਂ-ਥਾਵਾਂ 'ਤੇ ਨਮਸਕਾਰ ਕੀਤੀ ਹੈ। ਸੋ ਗੁਰਮੁਖੋ ਇਹ ਮੰਤਰ ਉਚਾਰਿਆ ਹੈ, ਇਹਦੇ ਵਿੱਚ ਪੂਰੀ ਜਪਜੀ ਸਾਹਿਬ ਦੀ ਗੁਰਬਾਣੀ ਦਾ ਆਪਾਂ ਕਹਿ ਲਈਏ ਤੱਤ ਸਿਧਾਂਤ ਹੈ। ਜਿਹੜਾ ਸਿੱਖ ਜਪਜੀ ਸਾਹਿਬ ਦੀ ਗੁਰਬਾਣੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪੜ੍ਹਦਾ ਹੈ, ਇਹ ਜਿੰਨੇ ਨਾਮ ਲੈ ਕੇ ਆਪਾਂ ਨਮਸਕਾਰਾਂ ਦੇ ਬਚਨ ਕੀਤੇ,
ਇਹ ਸਾਰੀਆਂ ਸਿੱਖ ਦੇ ਵੱਲੋਂ ਨਮਸਕਾਰਾਂ ਗੁਰੂ ਨੂੰ ਉਸ ਵੇਲੇ ਹੁੰਦੀਆਂ, ਉਹਦੀਆਂ ਨਮਸਕਾਰਾਂ ਪ੍ਰਵਾਨ ਹੁੰਦੀਆਂ। ਇਹ ਜਪਜੀ ਸਾਹਿਬ ਦੀ ਬਾਣੀ ਜਿਹੜੀ ਬੇਨਤੀ ਰੂਪ ਬਾਣੀ ਹੈ, ਇਹ ਜਪਜੀ ਸਾਹਿਬ ਦੀ ਗੁਰਬਾਣੀ ਨਮਸਕਾਰ ਰੂਪੀ ਬਾਣੀ ਹੈ। ਇਹ ਜਪਜੀ ਸਾਹਿਬ ਦੀ ਬਾਣੀ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਨ ਵਾਲੀ ਬਾਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਹੀ ਆਖਿਆ ਸੀ ਨਾ, ਜਦੋਂ ਸਿੱਖਾਂ ਨੇ ਆਖਿਆ ਮਹਾਰਾਜ ਅਸੀਂ ਇੱਕ ਵਿਅਕਤੀ ਵਿੱਚ ਭੂਤ ਆਇਆ ਵੇਖਿਆ ਹੈ, ਪਾਤਸ਼ਾਹ ਕਹਿਣ ਲੱਗੇ ਉਹ ਜਪਜੀ ਸਾਹਿਬ ਦਾ ਪਾਠ ਹੀ ਨਹੀਂ ਕਰਦਾ ਹੋਵੇਗਾ। ਜੇ ਉਹ ਜਪਜੀ ਸਾਹਿਬ ਦਾ ਪਾਠ ਕਰਦਾ ਹੋਵੇ, ਇਹਦੇ ਵਿੱਚ ਇੰਨੀ ਨਮਸਕਾਰ ਗੁਰੂ ਨੂੰ ਕੀਤੀ ਗਈ ਹੈ, ਪਰਮੇਸ਼ਰ ਨੂੰ ਕੀਤੀ ਗਈ ਹੈ, ਭੂਤ ਪ੍ਰੇਤ ਦਾ ਸਾਇਆ ਤੇ ਨੇੜੇ ਵੀ ਨਹੀਂ ਆ ਸਕਦਾ ਹੈ। ਸੋ ਗੁਰਮੁਖੋ ਐਸੀ ਅਮੁੱਲਕ ਬਾਣੀ ਸਤਿਗੁਰਾਂ ਨੇ ਸਾਨੂੰ ਬਖਸ਼ੀ ਹੈ, ਜਿਹੜੀ ਸਾਡੀ ਨਿਤਨੇਮ ਦੇ ਵਿੱਚ ਪਹਿਲੀ ਬਾਣੀ ਹੈ। ਅੰਮ੍ਰਿਤ ਛਕਣ ਵੇਲੇ ਅੰਮ੍ਰਿਤ ਤਿਆਰ ਕਰਨ ਵਾਸਤੇ ਪਹਿਲੀ ਬਾਣੀ ਹੈ। ਜਦੋਂ ਕਿਸੇ ਸਿੱਖ ਦਾ ਜਨਮ ਹੁੰਦਾ ਹੈ, ਉਹਨੂੰ ਅੰਮ੍ਰਿਤ ਦੀ ਗੁੜਤੀ ਦਿੰਦੇ, ਉਦੋਂ ਇਹ ਪਹਿਲੀ ਬਾਣੀ ਹੈ। ਜਦੋਂ ਕਿਸੇ ਸਿੱਖ ਦੇ ਆਨੰਦ ਕਾਰਜ ਹੁੰਦੇ, ਉਸ ਵੇਲੇ ਗੁਰਬਾਣੀ ਦਾ ਪਾਠ ਪ੍ਰਾਰੰਭ ਕਰਨ ਤੋਂ ਪਹਿਲਾਂ ਇਹ ਪਹਿਲੀ ਬਾਣੀ ਹੈ। ਜਦੋਂ ਕੋਈ ਸਿੱਖ ਚੜ੍ਹਾਈ ਕਰ ਜਾਂਦਾ ਹੈ, ਉਹਦਾ ਇਸ਼ਨਾਨ ਕਰਨ ਵੇਲੇ ਪੜ੍ਹਨ ਵਾਲੀ ਪਹਿਲੀ ਬਾਣੀ ਹੈ। ਜਦੋਂ ਕਿਸੇ ਸਿੱਖ ਦੀ ਚਿਖਾ ਤਿਆਰ ਹੁੰਦੀ ਹੈ ਅੰਤਮ ਸੰਸਕਾਰ ਕਰਨ ਵਾਸਤੇ, ਉਦੋਂ ਪੜ੍ਹੀ ਜਾਣ ਵਾਲੀ ਇਹ ਸਭ ਤੋਂ ਪਹਿਲੀ ਬਾਣੀ ਹੈ। ਜਪਜੀ ਸਾਹਿਬ ਦੀ ਗੁਰਬਾਣੀ ਹਰ ਥਾਂ 'ਤੇ ਹਰ ਵੇਲੇ ਪੜ੍ਹੀ ਜਾਂਦੀ ਹੈ। ਗੁਰੂ ਕਾ ਸਿੱਖ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦਾ ਹੈ, ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣ ਵੇਲੇ ਪੜ੍ਹੀ ਜਾਣ ਵਾਲੀ ਇਹ ਬਾਣੀ ਹੈ। ਅਤੇ ਹਰੇਕ ਗੁਰਸਿੱਖ ਦੇ ਅੰਮ੍ਰਿਤ ਵੇਲਾ ਇਸ ਬਾਣੀ ਤੋਂ ਸ਼ੁਰੂ ਹੁੰਦਾ ਹੈ। ਹਰੇਕ ਗੁਰੂ ਘਰ ਦੇ ਵਿੱਚ ਸਭ ਤੋਂ ਪਹਿਲਾਂ ਇਹ ਬਾਣੀ ਪੜ੍ਹੀ ਜਾਂਦੀ ਹੈ। ਐਸੀ ਇਹ ਵੱਡੀ ਅਮੁੱਲਕ ਦਾਤ ਹੈ ਗੁਰੂ ਨਾਨਕ ਸਾਹਿਬ ਜੀਆਂ ਦੀ, ਜਿਸ ਨੂੰ ਜਪਜੀ ਸਾਹਿਬ ਆਖਿਆ ਜਾਂਦਾ ਹੈ। ਇਸ ਬਾਣੀ ਦੇ ਦੁਆਰਾ ਨਮਸਕਾਰਾਂ ਕੀਤੀਆਂ ਹਨ। ਦੋਹਰਾ ਅੱਖਰ 36 ਪੰਚਪਨ 25। ਗੁਰਮੁਖੋ ਇਸੇ ਤਰ੍ਹਾਂ ਅੱਖਰ 36 ਅੱਖਰ ਆਪਾਂ ਸਰਵਣ ਕੀਤੇ ਸਨ, ਇੱਕ ਓੰਕਾਰ ਤੋਂ ਲੈ ਕੇ ਅਤੇ ਇਸੇ ਤਰ੍ਹਾਂ ਗੁਰਪ੍ਰਸਾਦ ਤੱਕ 36 ਅੱਖਰਾਂ ਦਾ ਜਾਪ ਹੈ। ਪਾਤਸ਼ਾਹ ਕਹਿੰਦੇ ਭਾਈ ਇਸ ਜਾਪ ਨੂੰ ਕਰਿਆ ਕਰੋ। ਇਹਦੇ ਤੋਂ ਅੱਗੇ ਮਹਾਰਾਜ ਕਹਿਣ ਲੱਗੇ ਪੰਚਪੁਨ, ਫਿਰ 5 ਅੱਖਰਾਂ ਦਾ ਜਾਪ ਹੈ। ਇੱਕ ਓੰਕਾਰ ਸਤਨਾਮ, ਇੱਕ ਓੰਕਾਰ ਇੱਕੋ ਅੱਖਰ ਹੀ ਗਿਣਿਆ ਜਾਣਾ ਹੈ। ਭਾਵੇਂ ਏਕਾ ਤੇ ਊੜਾ ਅੱਖਰ 2 ਬਣਦੇ ਨੇ, ਪਰ ਗਿਣਤੀ ਦੋਨਾਂ ਦੀ ਇੱਕੋ ਹੀ ਹੈ। ਕਿਉਂਕਿ ਇਕੱਲਾ ਤੁਸੀਂ ਓੰਕਾਰ ਨਹੀਂ ਕਹਿ ਸਕਦੇ। ਇਕੱਲਾ ਓੰਕਾਰ ਕਰੋਗੇ ਤੇ ਉਹ ਮੰਤਰ ਪੂਰਾ ਨਹੀਂ ਹੋਵੇਗਾ। ਓੰਕਾਰ ਦੇ ਨਾਲ ਏਕਾ ਲਾਉਣਾ ਹੀ ਪੈਣਾ ਹੈ, ਇੱਕ ਓੰਕਾਰ ਹੀ ਕਹਿਣਾ ਪੈਣਾ ਹੈ। ਇਸ ਕਰਕੇ ਇੱਕ ਓੰਕਾਰ ਇੱਕ ਮੰਤਰ ਹੈ। ਸਤਨਾਮ ਇਹ 4 ਅੱਖਰ ਨੇ, 4 ਤੇ 1 5, ਇਹ 5 ਅੱਖਰਾਂ ਦਾ ਜਾਪ ਹੈ। ਜੇ ਛੋਟਾ ਜਾਪ ਕਰਨਾ ਚਾਹਣਾ ਤੇ ਇਹੋ ਬਚਨੀ ਕਹੀ ਚੱਲਿਆ ਕਰ, ਇੱਕ ਓੰਕਾਰ ਸਤਨਾਮ, ਇੱਕ ਓੰਕਾਰ ਸਤਨਾਮ। ਇਹ ਪਰਮਾਤਮਾ ਦਾ ਨਾਮ ਹੈ। ਇਹ 5 ਅੱਖਰਾਂ ਦੇ ਜਾਪ ਨੂੰ ਕਰਨਾ ਕਰ। 25 ਤਤ ਸੁਜਾਨ, ਇਸੇ ਤਰ੍ਹਾਂ ਜਿਹੜੇ 25 ਅੱਖਰ ਨੇ, ਇੱਕ ਓੰਕਾਰ ਤੋਂ ਲੈ ਕੇ ਅਕਾਲ ਮੂਰਤ ਤੱਕ, ਜਦੋਂ ਆਪਾਂ ਗਿਣਤੀ ਕਰਾਂਗੇ ਅੱਖਰ 25 ਬਣਦੇ। ਕਹਿਣ ਲੱਗੇ ਇਹਨਾਂ 25 ਅੱਖਰਾਂ ਦਾ ਜਾਪ ਵੀ 25,000 ਵਾਰਾਂ ਕਰਨਾ ਕਰ। ਆਪਣੀ ਰਸਨਾ ਤੋਂ ਇਸ ਸ਼ਬਦ ਦੀ ਕਮਾਈ ਕਰਨਾ ਕਰ। ਗੁਰਪ੍ਰਸਾਦ ਪੜ੍ਹ ਅਗਰ ਤ੍ਰੈ, ਅਤੇ ਇਸੇ ਤਰ੍ਹਾਂ ਗੁਰਪ੍ਰਸਾਦ ਪੜ੍ਹ ਕੇ ਤੇ ਇਸ ਤੋਂ ਅੱਗੇ ਜਿਹੜੇ 3 ਅੱਖਰ ਹਨ, ਅਗਰ ਤ੍ਰੈ ਲਖੋ ਸਿੱਖ ਬੁੱਧਵਾਨ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐ ਬੁੱਧੀਵਾਨ, ਐ ਸਿਆਣੇ ਸਿੱਖੋ ਜਾਣ ਲੈਣਾ ਕਰੋ ਕਿ 5 ਅੱਖਰ ਨੇ, ਭਾਵੇਂ 25 ਨੇ, ਭਾਵੇਂ 36 ਹਨ। ਇਹਨਾਂ ਅੱਖਰਾਂ ਦਾ ਜੋ ਮੰਤਰ ਹੈ ਉਹ ਅੱਗੇ ਬਾਕੀ 3 ਅੱਖਰ ਪੜ੍ਹੋ। ਉਹ ਕਿਹੜੇ ਹਨ? ਗੁਰਪ੍ਰਸਾਦ, 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 ਭਾਵ ਕਿ ਗੁਰੂ ਦੀ ਕਿਰਪਾ। ਇਸ ਤਰ੍ਹਾਂ ਇਹਨਾਂ ਅੱਖਰਾਂ ਨੂੰ ਨਾਲ ਪੜ੍ਹਨਾ ਕਰੋ। ਲਿਖਵੇ ਮੈਂ ਬਰਨ 8। ਜਦੋਂ ਅੱਖਰ ਲਿਖਣੇ ਹਨ, ਜਦੋਂ ਕੋਈ ਚਿੱਠੀ ਲਿਖਣੀ ਹੈ ਨਾ, ਕੋਈ ਚਿੱਠੀ ਲਿਖਦੇ ਹਾਂ ਤੇ ਚਿੱਠੀ ਲਿਖਣ ਵੇਲੇ 8 ਅੱਖਰ ਲਿਖਣੇ ਨੇ। ਮਹਾਰਾਜ ਨੇ ਬਚਨ ਆਖਿਆ ਨਾ, ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓੰਕਾਰ। ਕੁਝ ਲੋਕ ਸਾਹਾ ਸਦਵਾਉਂਦੇ, ਕਿਹੜਾ ਗ੍ਰਹਿ ਚੰਗਾ, ਕਿਹੜਾ ਨਛੱਤਰ ਚੰਗਾ, ਫਿਰ ਅਸੀਂ ਸ਼ੁਭ ਕਾਰਜ ਨੂੰ ਸ਼ੁਰੂ ਕਰੀਏ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਸਾਹਾ ਕੱਢਣ ਦੀ ਲੋੜ ਨਹੀਂ ਹੈ। ਸਾਹਾ ਕੱਢਣ ਤੋਂ ਪਹਿਲਾਂ ਸਾਹੇ ਚਿੱਠੀ ਲਿਖਣੀ ਹੈ ਜਾਂ ਸ਼ੁਭ ਕੰਮ ਦੀ ਕੋਈ ਚਿੱਠੀ ਲਿਖਣੀ ਹੈ, ਉਹਦੇ ਉੱਪਰ 8 ਅੱਖਰਾਂ ਦਾ ਮੰਤਰ ਲਿਖੇ ਗੁਰਬਾਣੀ ਦਾ। ਉਹ 8 ਅੱਖਰ ਇਹ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ 8 ਅੱਖਰ ਨੇ। ਸਤਿਗੁਰ ਦੇ 4 ਅੱਖਰ ਨੇ, ਪ੍ਰਸਾਦ ਦੇ 3 ਅੱਖਰ ਨੇ, 4 ਤੇ 3 7। ਇੱਕ ਓੰਕਾਰ ਨੂੰ ਇੱਕੋ ਹੀ ਮੰਨਿਆ ਜਾਣਾ। ਇਸ ਤਰ੍ਹਾਂ ਇਹ 8 ਅੱਖਰ ਬਣਦੇ। ਜਦੋਂ ਕੋਈ ਚਿੱਠੀ ਲਿਖਣੀ ਹੈ, ਕੋਈ ਹੋਰ ਪਰਮਾਤਮਾ ਦੀ ਸਿਫਤ ਦੇ ਬਾਬਤ ਕੋਈ ਕਵਿਤਾ ਲਿਖਣੀ ਹੈ, ਜਾਂ ਕੋਈ ਵੀ ਲਿਖਣ ਵਾਲਾ ਕੰਮ ਤੂੰ ਕਰਨਾ ਚਾਹੁੰਦਾ, ਵਿੱਦਿਆ ਦੀ ਪ੍ਰਾਪਤੀ ਚਾਹੁੰਦਾ ਹੈ, ਤੇ ਇਹਨਾਂ 8 ਅੱਖਰਾਂ ਦੇ ਮੰਤਰ ਨੂੰ ਲਿਖਣਾ ਕਰ।
ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਬਖਸ਼ਿਸ਼ ਕਰਤੇ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪਰਮਾਤਮਾ ਦਾ ਸਿਮਰਨ ਇਹੋ ਜਿਹਾ ਹੈ, ਅਸੀਂ ਆਖਦੇ ਸਾਡੇ ਬੱਚੇ ਨੂੰ ਪੜ੍ਹਾਈ ਨਹੀਂ ਆਉਂਦੀ, ਉਹ ਹੁਸ਼ਿਆਰ ਨਹੀਂ ਹੈ, ਜਾਂ ਇਹਦਾ ਦਿਮਾਗ ਜਿਹੜਾ ਹੈ ਉਹ ਵਿੱਦਿਆ ਨੂੰ ਪ੍ਰਾਪਤ ਨਹੀਂ ਕਰਦਾ। ਅਸੀਂ ਬੜੇ ਯਤਨ ਕੀਤੇ ਨੇ, ਬੱਚੇ ਨੂੰ ਟਿਊਸ਼ਨ 'ਤੇ ਭੇਜਦੇ ਹਾਂ, ਘਰ ਵਿੱਚ ਵੀ ਪੜ੍ਹਾਉਂਦੇ ਹਾਂ, ਬੱਚੇ ਨੂੰ ਡਰਾਉਂਦੇ ਵੀ ਹਾਂ, ਕੁੱਟਦੇ ਮਾਰਦੇ ਵੀ ਹਾਂ, ਫਿਰ ਵੀ ਉਹ ਪੜ੍ਹਦਾ ਨਹੀਂ ਹੈ, ਉਹਦਾ ਵਿੱਦਿਆ ਵਿੱਚ ਧਿਆਨ ਹੈ ਨਹੀਂ। ਅਤੇ ਸਤਿਗੁਰੂ ਕਹਿਣ ਲੱਗੇ ਪਰਮਾਤਮਾ ਦੇ ਸਿਮਰਨ ਦੇ ਵਿੱਚੋਂ ਆਤਮ ਵਿਸ਼ੈਣੀ ਮਤ ਪ੍ਰਾਪਤ ਹੁੰਦੀ ਹੈ। ਅਤੇ ਜਦੋਂ ਬੱਚੇ ਨੂੰ ਪੜ੍ਹਾਈ ਨਹੀਂ ਆਉਂਦੀ ਜਾਂ ਕਮਜ਼ੋਰ ਹੈ, ਅਤੇ ਫਿਰ ਇਸ ਸ਼ਬਦ ਦਾ ਜਾਪ ਕਰੇ ਜੋ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਸ਼ਬਦ ਦਾ ਜਾਪ ਵਾਰ-ਵਾਰ ਕਰਦਾ ਰਹੇ, ਆਪ ਵੀ ਕਰੇ, ਆਪਣੇ ਬੱਚੇ ਨੂੰ ਵੀ ਪ੍ਰੇਰ ਕੇ ਇਸੇ ਸ਼ਬਦ ਦਾ ਜਾਪ ਕਰਾਵੇ। ਅਤੇ ਮਹਾਰਾਜ ਕਹਿਣ ਲੱਗੇ ਪਰਮਾਤਮਾ ਦਾ ਸਿਮਰਨ ਇੰਨੀ ਤਾਕਤ ਰੱਖਦਾ ਹੈ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਆਤਮ ਵਿਸ਼ੈਣੀ ਮਤ ਮਿਲੇਗੀ। ਇਸ ਤਰ੍ਹਾਂ ਦੀ ਤਿੱਖੀ ਬੁੱਧੀ ਹੋ ਜਾਵੇਗੀ, ਇੰਨਾ ਹੁਸ਼ਿਆਰ ਹੋ ਜਾਵੇਗਾ ਕਿ ਦੁਨੀਆ ਦੀ ਪੜ੍ਹਾਈ ਉਹਦੇ ਮਗਰ ਪਿੱਛੇ ਮਗਰ ਤੁਰੀ ਫਿਰੇਗੀ। ਐਸੀ ਇਹ ਬੁੱਧੀ ਗੁਰਬਾਣੀ ਨੂੰ ਬਖਸ਼ਿਸ਼ ਕਰਦੀ ਹੈ, ਗੁਰਬਾਣੀ ਐਸੀ ਬੁੱਧੀ ਨੂੰ ਦੇਣ ਵਾਲੀ ਹੈ। ਅਬ ਲਿਖਵੇ ਮੈਂ ਵਰਨ ਅਠ। ਅਤੇ ਇਸੇ ਤਰ੍ਹਾਂ ਜਦੋਂ ਕੋਈ ਚਿੱਠੀ ਲਿਖਣੀ ਹੈ, ਬੱਚੇ ਨੂੰ ਪੜ੍ਹਨ ਵਾਸਤੇ ਭੇਜਣਾ ਹੈ, ਅਤੇ ਇਹ 8 ਅੱਖਰ ਲਿਖਣੇ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹਨਾਂ ਬਚਨਾਂ ਨੂੰ ਲਿਖਣਾ ਹੈ। ਪਾਂਚ ਪ੍ਰਾਣ ਕੇ ਮਾਂਝ। ਅਤੇ ਇਸੇ ਤਰ੍ਹਾਂ ਅੱਗੇ ਬਚਨ ਕਰਦੇ ਕਹਿਣ ਲੱਗੇ ਜਦੋਂ ਜਪਣਾ ਹੈ, ਉਸ ਵੇਲੇ ਪ੍ਰਾਣਾਂ ਦੇ ਵਿੱਚ 5 ਅੱਖਰ ਜਿਹੜੇ ਹਨ ਉਹ ਧਾਰਨ ਕਰਨੇ ਹਨ। ਜਦੋਂ ਜਪਣਾ ਹੈ ਉਦੋਂ 5 ਅੱਖਰਾਂ ਦਾ ਮੰਤਰ ਜਪਣਾ, ਇੱਕ ਓੰਕਾਰ ਸਤਨਾਮ, ਇੱਕ ਓੰਕਾਰ ਸਤਨਾਮ। ਇਹਨਾਂ 5 ਅੱਖਰਾਂ ਨੂੰ ਆਪਣੇ ਸਵਾਸਾਂ ਦੇ ਨਾਲ ਹੀ ਤੋਰ ਲਵੇ। ਜਦੋਂ ਸਾਹ ਲੈਣਾ ਉਦੋਂ ਇਹਨਾਂ 5 ਅੱਖਰਾਂ ਦਾ ਵਾਰ-ਵਾਰ ਜਾਪ ਕਰਨਾ ਕਰੇ। 25 ਭੇ ਵਿਵਹਾਰ ਮੈਂ। ਅਤੇ ਇਸੇ ਤਰ੍ਹਾਂ ਜਦੋਂ ਕੋਈ ਵਿਵਹਾਰ ਕਰਨਾ ਹੈ, ਜਦੋਂ ਕੋਈ ਕੰਮਕਾਰ ਕਰਨਾ, ਕੋਈ ਬਿਜ਼ਨਸ ਕਰਨਾ, ਕੋਈ ਵਪਾਰ ਕਰਨਾ, ਕੋਈ ਕਾਰੋਬਾਰ ਸ਼ੁਰੂ ਕਰਨਾ, ਫਿਰ 25 ਅੱਖਰਾਂ ਦਾ ਜਾਪ ਕਰੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਇੱਥੋਂ ਤੱਕ 25 ਅੱਖਰ ਨੇ। ਕੋਈ ਵੀ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਤੇ ਇਹਨਾਂ 25 ਅੱਖਰਾਂ ਦੇ ਜਾਪ ਨੂੰ ਕਰਨਾ ਕਰ। 36 ਲੱਖ ਗੁਣ ਸਾਂਝ। ਅਤੇ ਇਸੇ ਤਰ੍ਹਾਂ ਜਿਹੜੇ 36 ਅੱਖਰ ਨੇ ਅਕਾਲ ਮੂਰਤ ਗੁਰ ਪ੍ਰਸਾਦ, ਇਹ ਇਸ ਤਰ੍ਹਾਂ ਬਚਨ ਪੜ੍ਹੇਗਾ ਤੇ ਫਿਰ ਇਹ 36 ਅੱਖਰਾਂ ਜਾਪ ਹੋ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਹੋਰ ਵਿਹਾਰਾਂ ਵਿੱਚ 25 ਅੱਖਰਾਂ ਦਾ ਤੇ ਸਭ ਗੁਣਾਂ ਦੇ ਧਾਰਨ ਕਰਨ ਵਾਸਤੇ 36 ਅੱਖਰਾਂ ਦਾ ਜਾਪ ਕਰ। ਜੇ ਤੂੰ ਗੁਣ ਇਕੱਠੇ ਕਰਨੇ ਚਾਹੁੰਦਾ ਨਾ, ਮੇਰੇ ਵਿੱਚ ਸ਼ੁਭ ਗੁਣ ਆ ਜਾਣ ਤੇ ਸ਼ੁਭ ਗੁਣਾਂ ਦੀ ਪ੍ਰਾਪਤੀ ਵਾਸਤੇ 36 ਅੱਖਰਾਂ ਦਾ ਜਾਪ ਕਰ। 36 ਲੱਖ ਆਹੂਤ ਦੇ। 36 ਅੱਖਰਾਂ ਦਾ ਜਿਹੜਾ ਜਾਪ ਹੈ ਉਹ 36 ਲੱਖ ਵਾਰੀ ਕਰਨਾ ਹੈ। ਸੋ ਇਸ ਤਰ੍ਹਾਂ ਇਸ ਮੰਤਰ ਨੂੰ ਵਾਰ-ਵਾਰ ਜਪਣਾ ਕਰ। ਮੁਕਤ ਹੋਏ ਤਤਕਾਲ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿੱਖਾ ਮੁਕਤ ਕਿਉਂ ਨਹੀਂ ਹੋਵੇਗਾ? ਸਾਡਾ ਸਵਾਲ ਇਹ ਹੈ ਨਾ, ਮੈਂ ਮੁਕਤ ਹੋਵਾਂਗਾ ਕਿ ਨਹੀਂ ਹੋਵਾਂਗਾ, ਮੈਨੂੰ ਮੁਕਤੀ ਮਿਲੇਗੀ ਕਿ ਨਹੀਂ ਮਿਲੇਗੀ? ਸਤਿਗੁਰੂ ਕਹਿੰਦੇ ਮੁਕਤੀ ਜ਼ਰੂਰ ਮਿਲੇਗੀ, ਪਰ ਮੁਕਤੀ ਵਾਸਤੇ ਮਿਹਨਤ ਕਰਨੀ ਪਵੇਗੀ ਨਾ। ਇਹ 36 ਅੱਖਰਾਂ ਦੇ ਮੰਤਰ ਨੂੰ 36 ਵਾਰੀ ਜਪਣਾ ਕਰ। ਜਦੋਂ 36 ਲੱਖ ਵਾਰੀ ਜਪੇਗਾ ਇਹ 36 ਮੰਤਰਾ ਜਿਹੜਾ ਸ਼ਬਦ ਹੈ ਤੇ ਜ਼ਰੂਰ ਬਰ ਜ਼ਰੂਰ ਮੁਕਤ ਹੋ ਜਾਂਦਾ ਹੈ। ਜਪਤੇ ਆਤਮ ਸ਼ੁੱਧ ਹੋਏ। ਜਦੋਂ ਜਾਪ ਕਰੇਗਾ ਤੇਰੀ ਆਤਮਾ ਸ਼ੁੱਧ ਹੋ ਜਾਵੇਗੀ, ਮਨ ਦੀ ਮੈਲ ਲੈ ਜਾਂਦੀ ਹੈ। ਮਾਰਜਨ ਦੁਖਨ ਟਾਲ। ਅਤੇ ਇਸੇ ਤਰ੍ਹਾਂ ਆਪਣੇ ਕੋਲ ਜਲ ਰੱਖ ਕੇ ਤੇ ਜਦੋਂ ਇਸ ਮੰਤਰ ਨੂੰ ਵਾਰ-ਵਾਰ ਪੜ੍ਹੇਗਾ ਤੇ ਉਸ ਜਲ ਦੇ ਨਾਲ ਇਸ਼ਨਾਨ ਕਰੇਗਾ, ਤੇਰੇ ਸਰੀਰਕ ਰੋਗ ਜਿਹੜੇ ਸਰੀਰ ਦੇ ਰੋਗ ਦੂਰ ਹੋ ਜਾਂਦੇ ਹਨ। ਪ੍ਰਥਮ ਸ਼ਲੋਕ ਜਪ ਕੋ ਭਲੋ। ਜਪਜੀ ਸਾਹਿਬ ਦਾ ਪਹਿਲਾ ਸ਼ਲੋਕ ਜਿਹੜਾ ਹੈ ਗੁਰ ਪ੍ਰਸਾਦ ਜਪ, ਇਹ ਜਿਹੜਾ ਸ਼ਲੋਕ ਹੈ ਇਹ ਭਲਾ ਕਰਨ ਵਾਸਤੇ ਹੈ। ਇਸਕੀ ਵਿਦ ਕਹਿ ਦੀਨ। ਇਹ ਸਾਰੀ ਵਿਧੀ ਮਹਾਰਾਜ ਨੇ ਦੱਸੀ ਹੈ। ਆਪਾਂ ਪਿਛਲੇ ਕਈ ਦਿਨਾਂ ਤੋਂ ਇਹ ਪਹਿਲੀ ਪੌੜੀ ਦਾ ਜਾਂ ਕਹਿ ਲਈਏ ਮੂਲ ਮੰਤਰ ਦੀ ਵਿਚਾਰ ਕਰਦੇ ਪਏ। ਸਤਿਗੁਰੂ ਕਹਿੰਦੇ ਐਸੇ ਬਚਨ ਤੁਹਾਨੂੰ ਦੱਸੇ ਹਨ। ਅੱਗੇ ਸਭ ਪੌੜੀਨ ਕੋ। ਹੁਣ ਅੱਗੇ ਬਾਕੀ ਪੌੜੀਆਂ ਸਰਵਣ ਕਰਾਂਗੇ। ਪਹਿਲੀ ਪੌੜੀ ਕੀ ਕਰਦੀ ਹੈ, ਦੂਜੀ ਪੌੜੀ ਕਿਸ ਵਾਸਤੇ ਹੈ, ਹੁਣ ਇਹਨਾਂ ਪੌੜੀਆਂ ਦੀ ਵਿਚਾਰ ਆਪਾਂ ਸਰਵਣ ਕਰਾਂਗੇ। ਕਹੈ ਸੋ ਸੁਨੋ ਪ੍ਰਵੀਨ। ਇਸ ਕਰਕੇ ਇਹ ਪ੍ਰਵੀਨ ਹੈ, ਸਿਆਣੇ ਸਿੱਖੋ ਭਾਈ। ਹੁਣ ਸੁਣੋ ਇਸ ਕਥਾ ਦੇ ਮਹਾਤਮ ਨੂੰ, ਇਸ ਬਾਣੀ ਦੇ ਫਲ ਨੂੰ। ਇਹ ਬਾਣੀ ਦਾ ਫਲ ਅੱਗੇ ਹੁਣ ਪੰਕਤੀਆਂ ਪੌੜੀਆਂ ਆਉਣਗੀਆਂ ਕਿਵੇਂ ਮਹਾਰਾਜ ਬਖਸ਼ਦੇ ਹਨ। ਦੋਹਰਾ ਸ੍ਰੀ ਜਪਜੀ ਪੌੜੀ ਪ੍ਰਥਮ ਕਰੇ ਕਾਮਨਾ ਪੂਰ। ਜਪਜੀ ਸਾਹਿਬ ਦੀ ਜਿਹੜੀ ਪਹਿਲੀ ਪੌੜੀ ਹੈ ਨਾ ਉਹ ਕਾਮਨਾ ਪੂਰੀ ਕਰਦੀ ਹੈ। ਪਹਿਲੀ ਪੌੜੀ ਜਿਹੜੀ ਜਪਜੀ ਸਾਹਿਬ ਦੀ ਹੈ
ਉਹ ਆਪਾਂ ਪੜ੍ਹਦੇ ਹਾਂ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ, ਭੁਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਸ ਪੌੜੀ ਦਾ ਜਾਪ ਜਦੋਂ ਕਰੇਗਾ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਵੀ ਤੇਰੇ ਮਨ ਦੀ ਕਾਮਨਾ ਹੈ ਉਹ ਕਾਮਨਾ ਪੂਰੀ ਹੋਵੇਗੀ। ਜਪਜੀ ਸਾਹਿਬ ਦੀ ਗੁਰਬਾਣੀ ਤੇ ਅਜੇ ਆਪਾਂ ਅੱਗੇ ਸਰਵਣ ਕਰਾਂਗੇ। ਪਹਿਲੀ ਪੌੜੀ ਦਾ ਫਲ ਕੀ ਹੈ? ਪਹਿਲੀ ਪੌੜੀ ਜਪਜੀ ਸਾਹਿਬ ਦੀ ਕੀ ਦਿੰਦੀ ਹੈ? ਜੋ ਤੇਰੇ ਮਨ ਵਿੱਚ ਕਾਮਨਾ ਹੈ, ਉਹ ਕਾਮਨਾ ਤੇਰੇ ਮਨ ਵਿੱਚ ਹੈ, ਜੇ ਉਸ ਕਾਮਨਾ ਨੂੰ ਪੂਰੀ ਕਰਨੀ ਚਾਹੁੰਦਾ ਗੁਰੂ ਕਿਆ ਸਿੱਖਾ, ਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਵਾਰ-ਵਾਰ ਪਾਠ ਕਰ। ਇਸ ਗੁਰਬਾਣੀ ਦੇ ਪੰਕਤੀ ਦੇ ਪਾਠ ਨੂੰ ਕਰਦਾ ਰਹਿ ਹਰ ਵੇਲੇ, ਕਰਦਾ ਰਹਿ ਹਰ ਵੇਲੇ, ਤੇ ਪਾਤਸ਼ਾਹ ਕਹਿਣ ਲੱਗੇ ਬਾਣੀ ਐਸੀ ਬਖਸ਼ਿਸ਼ ਕਰੇਗੀ ਤੇਰੇ ਮਨ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਇਹ ਹੋ ਹੀ ਨਹੀਂ ਸਕਦਾ ਵੀ ਇਸ ਬਾਣੀ ਦੇ ਪਾਠ ਨੂੰ ਤੂੰ ਕਰੇ ਤੇ ਤੇਰੀਆਂ ਕਾਮਨਾਵਾਂ ਨਾ ਪੂਰੀਆਂ ਹੋਣ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਬਚਨ ਕਹਿ ਰਹੇ ਨੇ ਕਿ ਜਪਜੀ ਸਾਹਿਬ ਦੀ ਪਹਿਲੀ ਪੌੜੀ ਮਨ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ, ਜੋ ਮਨ ਦੀ ਸੋਚ ਹੈ ਉਹ ਪੂਰੀ ਹੋ ਜਾਂਦੀ ਹੈ। ਆਠਕ ਸਭ ਸੁਖ ਪਾਏ ਕੈ, ਜਿਹੜਾ ਪੜ੍ਹਨ ਵਾਲਾ ਹੈ ਉਹਨੂੰ ਸੁਖ ਮਿਲਦਾ ਹੈ। ਕਾਮਨਾ ਤੇ ਪੂਰੀ ਹੋਣੀ ਹੈ ਪਰ ਪੜ੍ਹਨ ਵਾਲੇ ਨੂੰ ਸਾਰੇ ਸੁੱਖ ਇਸ ਪੌੜੀ ਵਿੱਚੋਂ ਮਿਲਦੇ ਹਨ। ਵਿਗਨ ਬਨਾਸੈ ਕੂਰ, ਅਤੇ ਭਾਵੇਂ ਕੋਈ ਕਿੱਡਾ ਵੀ ਵੱਡਾ ਵਿਗਨ ਹੈ, ਕਿੱਡੀ ਵੀ ਵੱਡੀ ਰੁਕਾਵਟ ਹੋਵੇ ਤੇਰੇ ਕੰਮ ਦੇ ਵਿੱਚ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਤੂੰ ਅਭਿਆਸ ਕੀਤਾ ਹੋਵੇਗਾ, ਵੱਡੇ ਤੋਂ ਵੱਡਾ ਵਿਗਨ ਵੀ ਤੇਰੇ ਕੰਮ ਨੂੰ ਰੋਕ ਨਹੀਂ ਸਕੇਗਾ। ਇੱਕ ਵਾਰੀ ਆਖੀਏ ਸਤਨਾਮ। ਇਹ ਗੁਰਬਾਣੀ ਦਾ ਫਲ ਹੈ। ਅਸੀਂ ਨਾ ਗੁਰਬਾਣੀ ਪੜ੍ਹਦੇ ਹਾਂ, ਨਾ ਗੁਰਬਾਣੀ ਦੇ ਮਹਾਤਮ ਨੂੰ ਸੁਣਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਕੰਮ ਦੇ ਵਿੱਚ ਕਿੱਡਾ ਵੀ ਵੱਡਾ ਕਿਸੇ ਨੇ ਵਿਘਨ ਪਾਇਆ ਹੋਵੇ, ਆਪਾਂ ਆਖਦੇ ਕਿਸੇ ਨੇ ਕਾਲਾ ਇਲਮ ਕੀਤਾ, ਕਿਸੇ ਨੇ ਜਾਦੂ ਕੀਤਾ, ਕਿਸੇ ਨੇ ਟੂਣਾ ਕੀਤਾ, ਮੈਂ ਤੇ ਕੋਈ ਕਾਰਜ ਕਰ ਹੀ ਨਹੀਂ ਸਕਦਾ, ਮੇਰਾ ਕੁਝ ਬਣਦਾ ਨਹੀਂ ਹੈ, ਤੇ ਅਸੀਂ ਫਿਰ ਚਲੇ ਜਾਂਦੇ ਪਖੰਡੀਆਂ ਦੇ ਕੋਲ। ਮਹਾਰਾਜ ਕਹਿਣ ਲੱਗੇ ਕਿਤੇ ਜਾਣ ਦੀ ਲੋੜ ਨਹੀਂ ਹੈ। ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਵਾਰ-ਵਾਰ ਜਾਪ ਕਰ, ਵੱਡੇ ਤੋਂ ਵੱਡੀ ਰੁਕਾਵਟ ਜਿਹੜੀ ਹੈ ਉਹ ਟੁੱਟ ਜਾਏਗੀ, ਉਹ ਦੂਰ ਹੋ ਜਾਵੇਗੀ, ਰੁਕਾਵਟ ਰਹੇਗੀ ਕੋਈ ਨਹੀਂ। ਇਹ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਫਲ ਹੈ। ਪਹਿਲੀ ਪੌੜੀ ਵਿੱਚੋਂ 3 ਪਦਾਰਥ ਮਹਾਰਾਜ ਨੇ ਸਾਨੂੰ ਬਖਸ਼ੇ ਨੇ। ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹਨ ਵਾਲਾ ਸਿੱਖ ਸਭ ਤੋਂ ਪਹਿਲਾਂ ਉਹਦੀ ਮਨ ਦੀ ਕਾਮਨਾ ਪੂਰੀ ਹੋਵੇਗੀ। ਜੇ ਮਨ ਵਿੱਚ ਜੋ ਵੀ ਕਾਮਨਾ ਨਾ, ਮੈਨੂੰ ਨੌਕਰੀ ਮਿਲੇ, ਮੈਂ ਵਿਦੇਸ਼ ਚਲਾ ਜਾਵਾਂ, ਮੈਨੂੰ ਪੜ੍ਹਾਈ ਆ ਜਾਵੇ, ਮੈਨੂੰ ਆਹ ਰੁਤਬਾ ਮਿਲ ਜਾਵੇ, ਕੋਈ ਵੀ ਕਾਮਨਾ ਹੈ ਇਸ ਪਹਿਲੀ ਪੌੜੀ ਦੇ ਜਾਪ ਨੂੰ ਕਰੇਗਾ ਪੂਰੀ ਹੋਵੇਗੀ। ਇਸ ਪਹਿਲੀ ਪੌੜੀ ਦੇ ਜਾਪ ਕਰਨ ਦੇ ਨਾਲ ਜਿਹੜਾ ਪੜ੍ਹਨ ਵਾਲਾ ਹੈ ਉਸ ਨੂੰ ਭਰਪੂਰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਪਰਿਵਾਰਕ ਸੁੱਖ ਤੇ ਸਰੀਰਕ ਸੁੱਖ ਜਿਹੜੇ ਨੇ ਉਹ ਸਿੱਖ ਨੂੰ ਮਿਲਣਗੇ ਜਿਹੜਾ ਇਸ ਬਾਣੀ ਦੀ ਪੰਕਤੀ ਨੂੰ ਪੜ੍ਹੇਗਾ। ਤੇ ਤੀਜਾ ਮਹਾਰਾਜ ਨੇ ਬਚਨ ਲਿਖਿਆ, ਜਿਹੜਾ ਇਸ ਪੌੜੀ ਨੂੰ ਕਮਾਵੇਗਾ ਉਹਦੇ ਕੰਮ ਦੇ ਵਿੱਚ ਪੈਣ ਵਾਲੀ ਵੱਡੀ ਤੋਂ ਵੱਡੀ ਜਿਹੜੀ ਰੁਕਾਵਟ ਹੈ ਉਹ ਦੂਰ ਹੋ ਜਾਏਗੀ, ਉਹ ਟੁੱਟ ਜਾਵੇਗੀ, ਕੰਮ ਦੇ ਵਿੱਚ ਰੁਕਾਵਟ ਪਵੇਗੀ ਨਹੀਂ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦ੍ਰਿੜਾਇਆ। ਇਹ ਐਸੀ ਬਾਣੀ ਤਾਕਤ ਵਾਲੀ ਹੈ ਜਿਹਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਨੂੰ ਕਮਾ ਲਿਆ, ਵਾਰ-ਵਾਰ ਜਾਪ ਕੀਤਾ, ਉਹਨੂੰ ਇਹ 3 ਫਲ ਮਿਲਣਗੇ। ਇੱਕ ਤੇ ਮਨ ਕਾਮਨਾ, ਦੂਜਾ ਪਰਿਵਾਰਕ ਤੇ ਸਰੀਰਕ ਸੁੱਖ, ਤੇ ਤੀਜਾ ਮਹਾਰਾਜ ਕਹਿਣ ਲੱਗੇ ਕੰਮ ਦੇ ਵਿੱਚ ਪੈਣ ਵਾਲੀਆਂ ਰੁਕਾਵਟਾਂ ਇਹ ਸਾਰੀਆਂ ਦੂਰ ਹੋ ਜਾਂਦੀਆਂ ਹਨ। ਆਸ਼ਾ ਪਰ ਦੂਜੀ ਪੜ੍ਹੈ, ਅਤੇ ਇਸੇ ਤਰ੍ਹਾਂ ਜਿਹੜੀ ਆਸ਼ਾ ਹੈ, ਆਸ਼ਾ ਮਨ ਦੀ ਜੋ ਵੀ ਹੈ ਨਾ, ਮਨ ਦਾ ਫੁਰਨਾ, ਉਹ ਪੂਰਾ ਕਰਨ ਵਾਸਤੇ ਫਿਰ ਦੂਜੀ ਪੌੜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਦੂਜੀ ਪੌੜੀ ਦੇ ਜਾਪ ਨੂੰ ਕਰਨਾ ਕਰੇ। ਆਦ ਸੱਚ ਜਹ ਨਾਮ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਪੀਸ। ਗੁਰਮੁਖੋ ਇਹ ਵੀ ਪ੍ਰਮਾਤਮਾ ਦੀ ਸਿਫਤ ਹੈ। ਇਹਨਾਂ ਸ਼ਬਦਾਂ ਵਿੱਚ ਵੀ ਪ੍ਰਮਾਤਮਾ ਤੂੰ ਦੁਨੀਆ ਤੋਂ ਪਹਿਲਾਂ ਵੀ ਸੀ, ਦੁਨੀਆ ਬਣਾਈ ਫਿਰ ਵੀ ਤੂੰ ਹੈ, ਹੁਣ ਵੀ ਤੂੰ ਹੈ, ਜਦੋਂ ਦੁਨੀਆ ਨਹੀਂ ਹੋਵੇਗੀ ਉਦੋਂ ਵੀ ਤੂੰ ਹੋਵੇਂਗਾ। ਇਹ ਪ੍ਰਮਾਤਮਾ ਦੀ ਸਿਫਤ ਵਾਲੀ ਬਾਣੀ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਮਹਾਰਾਜ ਕਹਿਣ ਲੱਗੇ ਜਿਹੜਾ ਇਸ ਪੌੜੀ ਨੂੰ ਪੜ੍ਹੇਗਾ ਉਸ ਨੂੰ ਕੀ ਮਿਲੇਗਾ? ਉਸ ਨੂੰ ਮਿਲੇਗਾ ਇਹ ਵੀ ਉਹਦੀ ਮਨ ਦੀ ਆਸ਼ਾ ਪੂਰੀ ਹੋ ਜਾਏਗੀ।
ਇਸ ਬਾਣੀ ਵਿੱਚੋਂ, ਇਸ ਪੌੜੀ ਵਿੱਚੋਂ ਇਹ ਦਾਤ ਮਿਲਦੀ ਹੈ। ਦੇਵ ਮੰਤਰ ਅਰ ਚਲਨ ਮੈਂ। ਕੁਝ ਲੋਕ ਕੀ ਕਰਦੇ ਨੇ ਕਿ ਦੇਵ ਮੰਤਰ ਪੜ੍ਹਦੇ, ਦੇਵਤਿਆਂ ਦੇ ਮੰਤਰ ਨੇ। ਗਾਇਤਰੀ ਮੰਤਰ ਵੱਖਰਾ ਹੈ, ਵਿਸ਼ਨੂੰ ਭਗਵਾਨ ਦਾ ਮੰਤਰ ਵੱਖਰਾ, ਬ੍ਰਹਮਾ ਜੀ ਦਾ ਮੰਤਰ ਵੱਖਰਾ, ਗਰੁੜ ਦਾ ਮੰਤਰ ਵੱਖਰਾ, ਕਈ ਤਰ੍ਹਾਂ ਦੇ ਮੰਤਰ ਗ੍ਰੰਥਾਂ ਵਿੱਚ ਲਿਖੇ ਹੋਏ। ਅਤੇ ਜਿਹੜਾ ਵਿਅਕਤੀ ਜਿਹੜੇ ਦੇਵਤੇ ਨੂੰ ਮੰਨਦਾ ਹੈ ਉਹ ਫਿਰ ਉਹਦਾ ਨਾਂ ਲੈ ਕੇ ਮੰਤਰ ਪੜ੍ਹਦਾ ਹੈ ਵੀ ਮੇਰੀ ਨਮਸਕਾਰ ਫਲਾਣੇ ਨੂੰ ਹੈ, ਮੇਰੀ ਫਲਾਣੇ ਨੂੰ ਹੈ। ਮਹਾਰਾਜ ਨੇ ਬਚਨ ਵੀ ਲਿਖਿਆ ਨਾ, ਮੈਨਾ ਗਨੇਸਾ ਹੈ ਪ੍ਰਥਮ ਬਣਾਉ, ਕਿਸਨ ਬਿਸਨ ਕਬਹੂ ਨਹਿ ਧਿਆਉ। ਕੁਝ ਲੋਕ ਕਿਸੇ ਦੇਵਤੇ ਨੂੰ ਮੰਨਦੇ, ਕੁਝ ਲੋਕ ਕਿਸੇ ਦੇਵਤੇ ਨੂੰ ਮੰਨਦੇ। ਜਿਹੜਾ ਜਿਹੜੇ ਦੇਵਤੇ ਨੂੰ ਮੰਨਦਾ ਹੈ ਉਹਦਾ ਮੰਤਰ ਉਚਾਰਦਾ ਵੀ ਮੈਂ ਫਲਾਣੇ ਦੇਵਤੇ ਨੂੰ ਨਮਸਕਾਰ ਕਰਦਾ ਹਾਂ, ਮੈਂ ਚੱਲਣ ਲੱਗਾ ਹਾਂ, ਫਲਾਣਾ ਦੇਵਤਾ ਮੇਰੀ ਰੱਖਿਆ ਕਰੇ। ਮਹਾਰਾਜ ਕਹਿਣ ਲੱਗੇ ਕਿਸੇ ਦੇਵਤੇ ਦਾ ਨਾਂ ਲੈ ਕੇ ਕੋਈ ਮੰਤਰ ਪੜ੍ਹਨ ਦੀ ਲੋੜ ਨਹੀਂ ਹੈ। ਜਦੋਂ ਤੂੰ ਚੱਲਣ ਵੇਲੇ ਇਹ ਗੱਲ ਕਹਿ ਦਿੱਤੀ ਨਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ, ਜਦੋਂ ਇਹ ਬਚਨ ਆਖ ਦਿੱਤਾ ਤੇਰੀ ਸਿੱਧੀ ਨਮਸਕਾਰ ਪ੍ਰਮਾਤਮਾ ਨੂੰ ਹੋ ਗਈ ਹੈ। ਮੰਤਰ ਤੂੰ ਪ੍ਰਮਾਤਮਾ ਦੇ ਨਾਮ ਦਾ ਪੜ੍ਹ ਲਿਆ ਤੇ ਤੂੰ ਸਫਲਾ ਹੋ ਗਿਆ ਹੈ। ਮਹਾਰਾਜ ਕਹਿਣ ਲੱਗੇ ਦੇਵ ਮੰਤਰ ਅਰ ਚੱਲਨ ਮੈਂ। ਜਦੋਂ ਚੱਲਣਾ ਹੈ ਕਿਸੇ ਦੇਵਤੇ ਨੂੰ ਲੋਕ ਯਾਦ ਕਰਦੇ, ਗੁਰੂ ਕਿਹਾ ਸਿੱਖਾ ਤੂੰ ਆ ਪੌੜੀ ਯਾਦ ਕਰਿਆ ਕਰ, ਤੇਰੀ ਪ੍ਰਮਾਤਮਾ ਨੂੰ ਨਮਸਕਾਰ ਕਬੂਲ ਹੋਵੇ। ਔਸ਼ਧ ਰਸਾਇਣ ਸ਼ਾਮ। ਅਤੇ ਇਸੇ ਤਰ੍ਹਾਂ ਔਸ਼ਧ ਨਾਮ ਗੁਰਮੁਖੋ ਦਵਾਈ ਦਾ ਹੈ ਕਿ ਜਦੋਂ ਕੋਈ ਵਿਅਕਤੀ ਦਵਾ ਵਰਤਣ ਵੇਲੇ ਕਿ ਮਹਾਰਾਜ ਇਹ ਦਵਾਈ ਮੇਰੇ 'ਤੇ ਲੱਗੇ, ਮੈਂ ਰੋਗ ਤੋਂ ਅਰੋਗ ਹੋ ਜਾਵਾਂ, ਠੀਕ ਹੋ ਜਾਵਾਂ, ਜਦੋਂ ਦਵਾਈ ਖਾਣ ਲੱਗਦਾ ਉਦੋਂ ਇਹ ਬਚਨ ਪੜ੍ਹਿਆ ਕਰ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ। ਫਿਰ ਉਹ ਦਵਾਈ ਤੇਰੇ 'ਤੇ ਅਸਰ ਕਰੇਗੀ, ਤੇਰਾ ਰੋਗ ਮੁੱਢੋਂ ਕੱਟਿਆ ਜਾਵੇਗਾ। ਕਿਉਂਕਿ ਰੋਗ ਲੱਗਾ ਹੈ ਕਰਮਾਂ ਦੇ ਨਾਲ, ਕਰਮਾਂ ਕਰਕੇ ਰੋਗ ਲੱਗਦਾ, ਬਿਨਾਂ ਕਰਮਾਂ ਤੋਂ ਰੋਗ ਨਹੀਂ ਲੱਗਦਾ ਹੈ। ਅਤੇ ਕਰਮ ਨੂੰ ਦਵਾਈ ਨਹੀਂ ਕੱਟ ਸਕਦੀ ਹੈ, ਦਵਾਈ ਰੋਗ ਦੇ ਉੱਪਰ ਅਸਰ ਕਰੇਗੀ, ਕਰਮ ਦੇ ਉੱਪਰ ਨਹੀਂ ਕਰਦੀ ਹੈ। ਪਰ ਜਿਹੜਾ ਮੰਤਰ ਮਹਾਰਾਜ ਨੇ ਬਖਸ਼ਿਆ ਨਾ ਆਦ ਸੱਚ ਵਾਲਾ, ਇਹ ਤੇਰੇ ਕਰਮ ਨੂੰ ਕੱਟ ਦੇਵੇਗਾ। ਜਦੋਂ ਕਰਮ ਹੀ ਨਹੀਂ ਰਹੇਗਾ ਤਾਂ ਫਿਰ ਰੋਗ ਕਾਹਦਾ ਰਹਿਣਾ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਜਦੋਂ ਔਸ਼ਧੀ ਖਾਣੀ ਹੈ, ਦਵਾਈ ਖਾਣੀ ਹੈ, ਉਦੋਂ ਵੀ ਇਸ ਮੰਤਰ ਨੂੰ ਜਪਣਾ ਕਰੇ। ਵਿਪਦਾ ਕਾਰਜ ਹਨ ਮਹਿ। ਇਸੇ ਤਰ੍ਹਾਂ ਔਸ਼ਧ ਰਸਾਇਣ ਸ਼ਾਮ। ਅਗਲੇ ਬਚਨ ਮਹਾਰਾਜ ਸਾਹਿਬ ਜੀਆਂ ਦੇ ਪਾਤਸ਼ਾਹ ਕਹਿਣ ਲੱਗੇ ਭਾਈ ਰਸਾਇਣ ਬਣਾਉਣ ਲਈ ਉਸ ਵੇਲੇ ਵੀ ਇਸ ਮੰਤਰ ਨੂੰ ਜਾਪ ਕਰਨਾ ਕਰੇ। ਅਤੇ ਇਸੇ ਤਰ੍ਹਾਂ ਸ਼ਾਮ ਨਾਮ ਗੁਰਮੁਖੋ ਸ਼ਰਨ ਲੈਣ। ਜਦੋਂ ਸ਼ਰਨ ਲੈਣੀ ਹੈ, ਸ਼ਰਨ ਲੈਣ ਤੋਂ ਪਹਿਲਾਂ ਇਸ ਪੌੜੀ ਦਾ ਜਾਪ ਕਰਨਾ ਕਰੇ ਕਿ ਮਹਾਰਾਜ ਸਾਹਿਬ ਜੀ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨ ਆਏ। ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਸਗਲ ਦਵਾਰ ਕੋ ਛਾੜ ਕੇ ਗਹਿਓ ਬਾਹੇ ਗਹਿ ਕੀ ਲਾਜ ਅਸ। ਇਹ ਸ਼ਰਨ ਵਿੱਚ ਆਉਣ ਦੇ ਬਚਨ ਨੇ ਕਿ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਤੇ ਮੇਰੇ 'ਤੇ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਉਦੋਂ ਫਿਰ ਇਸ ਪੌੜੀ ਨੂੰ ਪੰਕਤੀ ਨੂੰ ਪੜ੍ਹਨਾ ਕਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਡੇ 'ਤੇ ਇੰਨੇ ਦਿਆਲੂ ਨੇ, ਇੰਨੇ ਕਿਰਪਾਲੂ ਨੇ ਕਿ ਸਾਨੂੰ ਜੀਵਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੱਸਦੇ ਪਏ ਵੀ ਜੀਵਨ ਦੇ ਵਿੱਚ ਆਹ ਸਮਾਂ ਬਣੇ ਤੇ ਇਸ ਤਰ੍ਹਾਂ ਬਾਣੀ ਪੜ੍ਹਿਆ ਕਰ, ਜੀਵਨ ਵਿੱਚ ਆਹ ਲੋੜ ਪਵੇ ਤੇ ਇਸ ਤਰ੍ਹਾਂ ਬਾਣੀ ਪੜ੍ਹਿਆ ਕਰ। ਸਤਿਗੁਰੂ ਸਾਨੂੰ ਨਿੱਕੀ ਨਿੱਕੀਆਂ ਬਰੀਕ ਬਰੀਕ ਗੱਲਾਂ ਔਰ ਵੱਡੀਆਂ ਵੱਡੀਆਂ ਗਿਆਨ ਦੀਆਂ ਗੱਲਾਂ ਬਖਸ਼ਿਸ਼ ਕਰਦੇ। ਪਰ ਗੁਰਮੁਖੋ ਅਸੀਂ ਇਸ ਗੁਰਬਾਣੀ ਨੂੰ ਨਹੀਂ ਪੜ੍ਹਨਾ ਚਾਹੁੰਦੇ, ਗੁਰਬਾਣੀ ਦੇ ਗਿਆਨ ਨੂੰ ਨਹੀਂ ਜਾਣਨਾ ਚਾਹੁੰਦੇ, ਮਹਾਰਾਜ ਦੇ ਇਤਿਹਾਸ ਨੂੰ ਨਹੀਂ ਸੁਣਨਾ ਚਾਹੁੰਦੇ, ਇਸ ਇਤਿਹਾਸ ਨੂੰ ਅੱਗੇ ਵੰਡਣਾ ਨਹੀਂ ਚਾਹੁੰਦੇ। ਜਿੰਨਾ ਚਿਰ ਸੁਣਾਂਗੇ ਨਹੀਂ ਉਹਨਾਂ ਚਿਰ ਗਿਆਨ ਕਿਵੇਂ ਪ੍ਰਾਪਤ ਹੋਵੇਗਾ, ਸੋਝੀ ਕਿਵੇਂ ਹੋਵੇਗੀ। ਇਸ ਕਰਕੇ ਮਹਾਰਾਜ ਸਾਹਿਬ ਜੀ ਸਾਨੂੰ ਦੱਸਦੇ ਪਏ ਵੀ ਚੱਲਣ ਵੇਲੇ ਬਾਣੀ ਪੜ੍ਹਨੀ ਹੈ, ਦਵਾਈ ਛਕਣ ਵੇਲੇ ਬਾਣੀ ਪੜ੍ਹਨੀ ਹੈ। ਇਸੇ ਤਰ੍ਹਾਂ ਜੇ ਕੋਈ ਰਸਾਇਣ ਤਿਆਰ ਕਰਨੀ ਉਦੋਂ ਬਾਣੀ ਪੜ੍ਹਨੀ ਹੈ, ਜਦੋਂ ਸ਼ਰਨ ਵਿੱਚ ਜਾਣਾ ਹੈ ਉਦੋਂ ਵੀ ਇਹ ਬਚਨ ਪੜ੍ਹਨੇ ਨੇ, ਆਦ ਸੱਚ ਵਾਲੇ ਜੁਗਾਦ ਸੱਚ ਵਾਲੇ ਬਚਨ ਪੜ੍ਹਨੇ ਤੇ ਤੇਰਾ ਭਲਾ ਹੋਵੇਗਾ। ਇਸ ਤਰ੍ਹਾਂ ਮਹਾਰਾਜ ਇਹ ਗਿਆਨ ਬਖਸ਼ਦੇ ਪਏ। ਇਸ ਤੋਂ ਅਗਲੀਆਂ ਜਿਹੜੀਆਂ ਪੌੜੀਆਂ ਹੁਣ ਜਿਵੇਂ ਆਪਾਂ ਨੂੰ ਪ੍ਰਾਪਤ ਹੋਣਗੀਆਂ ਉਹ ਆਪਾਂ ਅਗਲੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲਿਖਾ ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ ਕਿ 28 ਤਰੀਕ ਕੱਲ੍ਹ ਨੂੰ ਆਪਣੇ ਗੁਰਦੁਆਰਾ ਸਾਹਿਬ ਵਿਖੇ ਜੋ ਢਾਡੀ ਦਰਬਾਰ ਦਾ ਸਮਾਂ ਉਹ ਰੱਖਿਆ ਗਿਆ ਹੈ, 10:30 ਤੋਂ 11 ਵਜੇ ਤੱਕ ਗੁਰਬਾਣੀ ਸਹਿਜ ਪਾਠ ਸਾਹਿਬ ਜੀ ਜੋ ਪ੍ਰਾਰੰਭ ਹੋਏ ਨੇ ਉਹਨਾਂ ਦੇ ਭੋਗ ਦੇ ਸ਼ਲੋਕ ਸਰਵਣ ਕਰਾਂਗੇ।
11 ਵਜੇ ਤੋਂ ਲੈ ਕੇ 1 ਵਜੇ ਤੱਕ ਢਾਡੀ ਦਰਬਾਰ ਹੋਵੇਗਾ। 1 ਵਜੇ ਗੁਰੂ ਕੇ ਲੰਗਰ ਆਪ ਸੰਗਤਾਂ ਵਾਸਤੇ ਤਿਆਰ